ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਜਾਨੀ ਕਿ ਡਾਕਟਰ ਨਰਿੰਦਰ ਰਵੀ ਵੱਲੋਂ ਪਿਆਰ ਭਰੀ ਨਮਸਕਾਰ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇ ਵਿੱਚ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਪ੍ਰੇਅਰ ਦੇ ਉੱਤੇ, ਪ੍ਰਾਰਥਨਾ ਦੇ ਉੱਤੇ, ਅਰਦਾਸ ਦੇ ਉੱਤੇ ਕਿ ਬਹੁਤ ਸਾਰੇ ਲੋਕਾਂ ਨੂੰ ਕੁਝ ਕਨਫਿਊਜ਼ਨਸ ਨੇ, ਡਾਊਟਸ ਨੇ। ਤੇ ਉਹ ਡਾਊਟ ਕਿਸ ਤਰ੍ਹਾਂ ਨੇ ਕਿ ਕੀ ਅਸੀਂ ਜਿਹੜੀ ਅਰਦਾਸ ਹੈ ਜਾਂ ਜਿਹੜੀ ਪ੍ਰੇਅਰ ਹੈ ਕੀ ਅਸੀਂ ਆਪਣੇ ਲਈ ਹੀ ਕਰਨੀ ਹੈ ਜਾਂ ਦੂਸਰੇ ਲੋਕਾਂ ਲਈ ਕਰ ਸਕਦੇ ਹਾਂ। ਦੂਸਰਾ ਡਾਊਟ ਵਾਲੇ ਤੌਰ ਤੇ ਬਹੁਤੇ ਲੋਕਾਂ ਨੂੰ ਇਹ ਹੁੰਦਾ ਹੈ ਕਿ ਕਿਹੜੀ ਜਿਹੜੀ ਸਾਡੀ ਪ੍ਰੇਅਰ ਹੈ, ਅਰਦਾਸ ਹੈ, ਬੇਨਤੀ ਹੈ, ਰਜੋਈ ਹੈ, ਦੁਆ ਹੈ, ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ, ਅੱਲਾ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕਬੂਲ ਹੁੰਦੀ ਹੈ ਤੇ ਕਿਹੜੀ ਨਹੀਂ ਹੁੰਦੀ। ਤੇ ਜਿਹੜੀ ਹੁੰਦੀ ਹੈ ਤਾਂ ਕਦੋਂ ਹੁੰਦੀ ਹੈ, ਕਿੰਨੇ ਸਮੇਂ ਬਾਅਦ ਹੁੰਦੀ ਹੈ, ਫੌਰਨ ਹੁੰਦੀ ਹੈ, ਦੇਰ ਬਾਅਦ ਹੁੰਦੀ ਹੈ। ਇਹ ਲੋਕਾਂ ਨੂੰ ਥੋੜੇ ਜਿਹੇ ਕਨਫਿਊਜ਼ਨ ਨੇ। ਸੋ ਇਸ ਜਿਹੜੇ ਡਾਊਟਸ ਨੇ ਮੈਂ ਕੋਸ਼ਿਸ਼ ਕਰਾਂਗਾ ਕਿ ਜਿੰਨਾ ਕਿ ਮੇਰੇ ਕੋਲੇ ਐਜੂਕੇਸ਼ਨ, ਮੇਰੀ ਬੈਕਗਰਾਊਂਡ ਹੈ ਕੰਪੈਰੀਟਿਵ ਰਿਲੀਜਨ ਦੀ, ਕਿ ਮੈਂ ਮਾਸਟਰਸ ਤੇ ਐਮਲਿਟ PhD ਵਗੈਰਾ ਕੀਤੀ ਤੇ ਬੁੱਕ ਵੀ ਲਿਖੀ, ਤੇ ਫਿਰ ਜੋ ਜਾਤੀ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਜ਼ਿੰਦਗੀ ਵਿੱਚ ਲਏ ਨੇ ਉਹਨਾਂ ਦੇ ਆਧਾਰ ਦੇ ਉੱਤੇ ਇਹ ਗੱਲਾਂ ਮੈਂ ਤੁਹਾਡੇ ਨਾਲ ਕਰ ਰਿਹਾ ਸਿੰਪਲ ਤਰੀਕੇ ਦੇ ਨਾਲ। ਮੈਂ ਤਾਂ ਤੁਹਾਨੂੰ ਸਿਰਫ ਇਹ ਦੱਸਦਾ, ਮੈਂ ਕੋਈ ਆਪਣੇ ਆਪ ਨੂੰ ਕਲੇਮ ਨਹੀਂ ਕਰ ਰਿਹਾ ਕਿ ਮੈਨੂੰ ਜੋ ਕੁਝ ਫਾਇਦਾ ਹੋਇਆ, ਮੈਨੂੰ ਜੋ ਕੁਝ ਸਮਝ ਆਈ ਹੈ ਉਹ ਤੁਹਾਡੇ ਨਾਲ ਮੈਂ ਹਲਕੇ ਫੁਲਕੇ ਢੰਗ ਦੇ ਨਾਲ ਕਰਦਾ। ਤੁਹਾਡਾ ਸਹਿਮਤ ਹੋਣਾ ਜਾਂ ਨਾ ਹੋਣਾ ਕੋਈ ਜ਼ਰੂਰੀ ਗੱਲ ਨਹੀਂ ਹੈ। ਮੈਂ ਕਿਸੇ ਨੂੰ ਨਹੀਂ ਕਹਿੰਦਾ ਇਹ ਗੱਲ ਮੰਨੋ, ਮੈਂ ਤਾਂ ਆਪਣਾ ਜ਼ਿੰਦਗੀ ਦਾ ਤਜਰਬਾ ਦੱਸਦਾ ਤੇ ਉਹ ਵੀ ਬੜੇ ਸਿੰਪਲ ਤਰੀਕੇ ਦੇ ਨਾਲ। ਸੋ ਪਹਿਲੀ ਗੱਲ ਕਿ ਅਸੀਂ ਕੀ ਅਰਦਾਸ ਜਿਹੜੀ ਹੈਗੀ, ਪ੍ਰੇਅਰ ਜਿਹੜੀ ਹੈਗੀ, ਉਹ ਦੂਸਰੇ ਲੋਕਾਂ ਲਈ ਕਰ ਸਕਦੇ ਹਾਂ ਕਿ ਸਿਰਫ ਆਪਣੇ ਲਈ ਅਰਦਾਸ ਪਰਮਾਤਮਾ ਦੇ ਵੱਲੋਂ ਕਰਨੀ ਚਾਹੀਦੀ। ਪਰਮਾਤਮਾ ਜਾਣੀ ਜਾਣਾ, ਜਿਹਨੂੰ ਕੋਈ ਵੀ ਦੁੱਖ ਤਕਲੀਫ ਹੈ ਉਹ ਖੁਦ ਕਰੇ, ਅਸੀਂ ਕਿਉਂ ਕਰੀਏ। ਤੇ ਕੁਝ ਲੋਕਾਂ ਦਾ ਇਹ ਵਿਚਾਰ ਹੈ ਕਿ ਪ੍ਰੇਅਰ ਜਿਹੜੀ ਹੈਗੀ ਉਹ ਅਸੀਂ ਦੂਜੇ ਲੋਕਾਂ ਲਈ ਵੀ ਕਰ ਸਕਦੇ ਹਾਂ। ਸੋ ਇਸ ਕਰਕੇ ਕੋਈ ਲਾਈਨ ਹੋਈ, ਸੋ ਇਸ ਕਰਕੇ ਆਪਾਂ ਇਹ ਗੱਲ ਕਰਨੀ, ਅੱਜ ਇਹ ਪੁਆਇੰਟ ਡਿਸਕਸ ਕਰਾਂਗੇ ਵੀ ਕੀ ਸਾਨੂੰ ਅਰਦਾਸ ਆਪਣੇ ਲਈ ਕਰਨੀ ਚਾਹੀਦੀ ਹੈ ਜਾਂ ਸਾਨੂੰ ਦੂਜੇ ਲੋਕਾਂ ਲਈ ਵੀ ਕਰਨੀ ਚਾਹੀਦੀ ਹੈ। ਛੋਟਾ ਜਿਹਾ ਕਨਫਿਊਜ਼ਨ ਹੈ, ਇਹਨੂੰ ਆਪਾਂ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਬਿਫੋਰ I talk on this question, the doubt whether we have to request the God for ourselves or for the others too. ਸੋ ਇਸ ਕਨਫਿਊਜ਼ਨ ਨੂੰ ਦੂਰ ਕਰਨ ਦੇ ਲਈ ਪਹਿਲਾਂ ਸਮਝਣਾ ਇਹ ਜ਼ਰੂਰੀ ਹੈ ਕਿ ਅਰਦਾਸ ਜਿਹੜੀ ਹੈਗੀ, ਦੁਆ ਜਿਹੜੀ ਹੈਗੀ, ਬੇਨਤੀ ਜਿਹੜੀ ਹੈਗੀ, ਪ੍ਰੇਅਰ ਜਿਹੜੀ ਹੈਗੀ, ਇਹ ਕਹਿੰਦੇ ਕਿਹਨੂੰ ਨੇ। ਸਿੰਪਲ ਤਰੀਕੇ ਦੇ ਨਾਲ ਜਿਹੜੀ ਪ੍ਰੇਅਰ ਹੈ, ਪ੍ਰੇਅਰ ਇਜ਼ ਐਨ ਆਪਰਚੂਨਿਟੀ ਟੂ ਸਪੈਂਡ ਟਾਈਮ ਵਿਦ ਲਾਰਡ। ਇੱਕ ਸਾਨੂੰ ਮੌਕਾ ਹੁੰਦਾ ਹੈ ਜਦੋਂ ਅਸੀਂ ਪਰਮਾਤਮਾ ਨਾਲ, ਅੱਲਾ ਨਾਲ, ਵਾਹਿਗੁਰੂ ਨਾਲ ਇੱਕ ਇਕੱਲੇ ਬੈਠ ਕੇ ਟਾਈਮ ਸਪੈਂਡ ਕਰਦੇ ਹਾਂ। ਹਾਂਜੀ, ਜਦੋਂ ਪਰਮਾਤਮਾ ਨਾਲ ਅਸੀਂ ਸਿੱਧੀ ਗੱਲ ਕਰਦੇ ਹਾਂ, ਚਾਹੇ ਅੱਖਾਂ ਮੀਚ ਕੇ ਕਰਦੇ ਹਾਂ, ਚਾਹੇ ਮੂੰਹ ਨਾਲ ਬੋਲ ਕੇ, ਜੇ ਖੜੇ ਹੋ ਕੇ, ਜੇ ਬੈਠ ਕੇ, ਜੇ ਲੰਬੇ ਪੈ ਕੇ ਅਰਦਾਸ ਕਰਦੇ ਹਾਂ, ਬੇਨਤੀ ਕਰਦੇ ਹਾਂ, ਉਹ ਜਿਹੜਾ ਮੌਕਾ ਹੁੰਦਾ ਨਾ ਉਹਨੂੰ ਅਸੀਂ ਪ੍ਰੇਅਰ ਕਹਿੰਦੇ ਹਾਂ। ਜਾਂ ਐਂ ਕਹਿ ਲਓ ਜਿਹੜੀ ਪ੍ਰੇਅਰ ਹੈ, ਪ੍ਰੇਅਰ ਇਜ਼ ਐਨ ਅਪੀਲ ਟੂ ਆਲਮਾਈਟੀ, ਖੁਦਾ ਨਾਲ ਅਪੀਲ ਕਰਦੇ ਆ ਟੂ ਗ੍ਰਾਂਟ ਆਵਰ ਰਿਕੁਐਸਟ, ਕਿ ਜਿਹੜੀ ਸਾਡੀਆਂ ਤੁਹਾਨੂੰ ਰਿਕੁਐਸਟ ਕਰਦੇ ਆ ਕਿ ਮੈਨੂੰ ਮੁੰਡਾ ਦੇ ਦੇ, ਕੁੜੀ ਦੇ ਦੇ, ਵਿਆਹ ਕਰਾ ਦੇ, ਕੰਮ ਚਲਾ ਦੇ, ਨੌਕਰੀ ਦਵਾ ਦੇ, ਜੋ ਵੀ ਜਿਸ ਤਰ੍ਹਾਂ ਦੀ ਵੀ ਰਿਕੁਐਸਟ ਕਰਦੇ ਆ, ਅਪੀਲ ਕਰਦੇ ਆ, ਉਹਨੂੰ ਹੀ ਅਸੀਂ ਪ੍ਰੇਅਰ ਕਹਿੰਦੇ ਆ। ਜਾਂ ਇਹਨੂੰ ਹੋਰ ਤਰੀਕੇ ਨਾਲ ਕਹਿ ਲਓ ਕਿ ਪ੍ਰੇਅਰ ਇਜ਼ ਅ ਰਿਕੁਐਸਟ ਟੂ ਗੋਡ ਫਾਰ ਹੈਲਪ ਐਂਡ ਫॉरगिवनेस, ਕਿ ਇੱਕ ਪਰਮਾਤਮਾ ਨੂੰ, ਉਸ ਆਲਮਾਈਟੀ ਨੂੰ, ਉਸ ਖੁਦਾ ਅੱਲਾ ਵਾਹਿਗੁਰੂ ਨੂੰ ਅਸੀਂ ਉਹਦੇ ਚਰਨਾਂ ਵਿੱਚ ਇਹ ਬੇਨਤੀ ਕਰਦੇ ਹਾਂ ਵੀ ਤੂੰ ਸਾਡੀ ਮਦਦ ਕਰ, ਜੋ ਸਾਡੀਆਂ ਤਕਲੀਫਾਂ ਨੇ, ਜਾਂ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ, ਕੋਈ ਨੌਕਰੀ ਲੈਣੀ ਹੈ, ਕੋਈ ਕਾਰੋਬਾਰ ਚਾਹੁੰਦਾ, ਕੋਈ ਐਜੂਕੇਸ਼ਨ ਚਾਹੁੰਦੇ ਹਾਂ, ਕੋਈ ਧੀ ਪੁੱਤ ਚਾਹੁੰਦੇ ਹਾਂ, ਕੋਈ ਵਿਆਹ ਚਾਹੁੰਦੇ, ਜੋ ਵੀ ਕੁਛ ਹੈ ਵੀ ਉਹਦੇ ਵਿੱਚ ਸਾਡੀ ਮਦਦ ਕਰ, ਤੇ ਜੋ ਸਾਡੇ ਕੋਲ ਗਲਤੀਆਂ ਹੋ ਗਈਆਂ ਤੂੰ ਬਖਸ਼ਿੰਦਾ ਹੈ, ਤੂੰ ਸਾਨੂੰ ਬਖਸ਼ ਦੇ, ਤੂੰ ਸਾਨੂੰ ਮਾਫ ਕਰ ਦੇ। ਸੋ ਇਹਨੂੰ ਆਪਾਂ ਪ੍ਰੇਅਰ ਕਹਿੰਦੇ ਹਾਂ। ਹੁਣ ਕੰਮ ਦੀ ਗੱਲ, ਜਿਹੜਾ ਆਪਣਾ ਪੁਆਇੰਟ ਸੀ ਉਹ ਇਹ ਹੈ ਵੀ ਕੀ ਪ੍ਰੇਅਰ ਸਾਨੂੰ ਆਪਣੇ ਲਈ ਕਰਨੀ ਚਾਹੀਦੀ ਹੈ ਕਿ ਦੂਜਿਆਂ ਲਈ ਵੀ ਕਰਨੀ ਚਾਹੀਦੀ ਹੈ। ਮੈਂ ਇਹਦਾ ਉੱਤਰ ਸਾਡੇ ਕੋਲ ਸਤਪਾਲ ਜੌਹਲ ਨੇ, ਜਿਹੜੇ ਕਿ ਆਪਣੀ ਕਮਿਊਨਿਟੀ ਦੀ ਜਾਣੀ ਪਛਾਣੀ ਸ਼ਖਸੀਅਤ ਨੇ,
ਹਾਂਜੀ, ਤੁਸੀਂ ਉਹਨਾਂ ਨੂੰ ਅਕਸਰ ਡਿਫਰੈਂਟ ਰੇਡੀਓਜ਼ ਦੇ ਉੱਤੇ ਸੁਣਦੇ ਹੋ ਔਰ ਸੁਸਾਇਟੀ ਦੇ ਲਈ ਕੋਸ਼ਿਸ਼ ਕਰਦੇ ਨੇ ਉਹ ਕਿ ਹਰ ਤਰੀਕੇ ਦੀ ਮਦਦ ਕੀਤੀ ਜਾਵੇ। ਮੈਂ ਸਵੇਰੇ ਜਦੋਂ ਉੱਠਦਾ, ਮੈਂ ਆਪਣੇ ਆਪ ਨੂੰ ਕਹਿੰਦਾ ਵੀ ਅਰਲੀ ਉੱਠਦਾ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਫੋਨ ਤੇ ਜ਼ਰੂਰ ਕੋਈ ਨਾ ਕੋਈ ਖਬਰ ਵਧੀਆ ਸਾਡੇ ਨੌਲੇਜ ਦੇ ਲਈ, ਸਾਡੀ ਬਿਹਤਰੀ ਦੇ ਲਈ, ਸਾਨੂੰ ਬਚਾਉਣ ਦੇ ਲਈ ਆਉਂਦੀ ਹੈ ਕਿ ਫਲਾਣਾ ਬੰਦਾ ਐਕਸੀਡੈਂਟ ਉੱਥੇ ਹੋ ਗਿਆ, ਫਲਾਣਾ ਬੰਦਾ ਡਰੱਗਸ ਦੇ ਵਿੱਚ ਫਸ ਗਿਆ, ਫਲਾਣੇ ਬੰਦੇ ਨੇ ਚੋਰੀਆਂ ਕਰਦੀਆਂ ਫੜ ਲੀਆਂ, ਜਾਂ ਅੱਜ ਵੀਜ਼ਾ ਇੱਥੇ ਲੱਗੂ, ਇੰਡੀਅਨ ਕੌਂਸਲਰ ਇੱਥੇ ਹੈ, ਜਾਂ ਹੋਰ ਵੀ ਵਧੀਆ ਚੀਜ਼ਾਂ। ਅੱਜ ਸਵੇਰੇ ਸਵੇਰੇ ਜਿਵੇਂ ਸਾਡੇ ਪੰਜਾਬ ਦੀ ਖਬਰ ਸੀ ਵੀ ਸੰਗਰੂਰ ਚੋਂ MP ਕੌਣ ਜਿੱਤੂ, ਮੈਂ ਰਾਤ ਨੂੰ 12 ਵਜੇ ਲਾ ਕੇ ਕੋਸ਼ਿਸ਼ ਕੀਤੀ ਕਿਉਂਕਿ ਮੇਰਾ ਇਲਾਕਾ ਨਹੀਂ ਪਤਾ ਲੱਗਿਆ, ਪਰ ਜਦੋਂ 5:30 ਵਜੇ ਸਤਪਾਲ ਜੀ ਦਾ WhatsApp ਤੇ ਮੈਸੇਜ ਆਇਆ ਤਾਂ ਦੱਸਿਆ ਸਿਮਰਨਜੀਤ ਸਿੰਘ ਮਾਨ ਜਿੱਤ ਗਏ, ਜਦੋਂ ਕਿ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਸੁਪਨੇ 'ਚ। ਸੋ ਜਿਹੀਆਂ ਚੰਗੀਆਂ ਖਬਰਾਂ ਇਹ ਸੁਸਾਇਟੀ ਲਈ ਦਿੰਦੇ ਰਹੇ ਨੇ। ਸੋ ਵੈਸੇ ਤਾਂ ਇਹ ਹਮੇਸ਼ਾ ਹੀ ਸੁਸਾਇਟੀ ਲਈ ਕੰਮ ਕਰਦੇ ਨੇ, ਕਈ ਵਾਰ ਇਲੈਕਸ਼ਨ ਵੀ ਲੜ ਚੁੱਕੇ ਨੇ। ਸੋ ਬੜੇ ਮਿੱਠ ਬੋਲੜੇ ਨੇ। ਮੇਰੀ ਕੱਲ ਇਹਨਾਂ ਨਾਲ ਮੁਲਾਕਾਤ ਵੀ ਹੋਈ ਸੀ। ਇਹ ਗੱਲ ਦੀ ਗਰੰਟੀ ਹੈ ਕਿ ਸੁਭਾਅ ਇਹਨਾਂ ਦਾ ਬੜਾ ਵਧੀਆ ਤੇ ਨਰਮ ਹੈ, ਚਾਹੇ ਅੰਦਰੋਂ ਕਿਸੇ ਅਸੂਲਾਂ ਦੇ ਉੱਤੇ ਵੀ ਖੜੇ ਨੇ। ਸੋ ਉਹ ਮੇਰੇ ਨਾਲ ਲਾਈਨ ਤੇ ਨੇ। ਪਹਿਲਾਂ ਆਪਾਂ 2-4 ਮਿੰਟ ਉਹਨਾਂ ਨਾਲ ਗੱਲ ਕਰ ਲਈਏ ਤੇ ਉਸ ਤੋਂ ਬਾਅਦ ਆਪਾਂ ਆਪਣੇ ਜਿਹੜਾ ਟੌਪਿਕ ਹੈ ਕਿ ਵਟ ਆਰ ਦਾ ਡਾਊਟਸ ਐਂਡ ਵਟ ਆਰ ਸਮ ਕਨਫਿਊਜ਼ਨਸ ਇਨ ਆਵਰ ਪ੍ਰੇਅਰ, ਕਿ 2-3 ਗੱਲਾਂ 2 ਟੌਪਿਕਾਂ ਤੇ ਅੱਜ ਗੱਲ ਕਰਾਂਗੇ ਕਿ ਜਿਹੜੀ ਪ੍ਰੇਅਰ ਹੈ ਕੀ ਸਾਨੂੰ ਆਪਣੇ ਲਈ ਕਰਨੀ ਚਾਹੀਦੀ ਹੈ ਜਾਂ ਅਸੀਂ ਦੂਜਿਆਂ ਲਈ ਵੀ ਕਰ ਸਕਦੇ ਹਾਂ। ਤੇ ਦੂਸਰਾ ਡਾਊਟ ਸਾਨੂੰ ਲੋਕਾਂ ਨੂੰ ਇਹ ਹੁੰਦਾ ਹੈ ਕਿ ਕਿਹੜੀ ਪ੍ਰੇਅਰ ਜਿਹੜੀ ਹੈ, ਅਰਦਾਸ, ਅਰਜ਼ੋਈ, ਬੇਨਤੀ, ਦੁਆ, ਉਹ ਸਾਡੇ ਮਾਲਕ ਦੀ ਦਰਗਾਹ ਵਿੱਚ ਕਬੂਲ ਹੁੰਦੀ ਹੈ ਤੇ ਕਿਹੜੀ ਨਹੀਂ ਹੁੰਦੀ, ਤੇ ਜਿਹੜੀ ਹੁੰਦੀ ਹੈ ਕਦੋਂ ਹੁੰਦੀ ਹੈ, ਕਿੰਨਾ ਸਮਾਂ ਲੱਗਦਾ ਉਹਨੂੰ। ਸੋ ਇਹ ਗੱਲਾਂ ਦੇ ਉੱਤੇ ਜੋ ਵੀ ਮੈਂ ਦੱਸਿਆ ਕਿ ਜੋ ਵੀ ਮੇਰੇ ਐਜੂਕੇਸ਼ਨ ਬੈਕਗਰਾਊਂਡ ਹੈ ਕੰਪੈਰੇਟਿਵ ਰਿਲੀਜਨ ਦੀ, ਉਹਦੇ ਆਧਾਰ ਤੇ ਗੱਲ ਕਰੂੰਗਾ। ਮੈਂ ਆਪਣਾ ਜਾਤੀ ਤਜਰਬਾ ਦੱਸਦਾ, ਮੈਂ ਕਿਸੇ ਦੇ ਪੋਜ਼ ਨਹੀਂ ਕਰਦਾ ਵੀ ਇਹਨੂੰ ਮੰਨੋ, ਤੁਸੀਂ ਮੰਨਣਾ ਜਾਂ ਨਹੀਂ ਮੰਨਣਾ ਇਹ ਤੁਹਾਡੀ ਆਪਣੀ ਮਰਜ਼ੀ ਹੈ, ਪਰ ਮੈਂ ਆਸਾਨ ਤਰੀਕੇ ਨਾਲ ਇਸ ਟੌਪਿਕ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਸੋ ਬਿਫੋਰ ਵੀ ਡਿਸਕਸ ਦਿਸ ਟੌਪਿਕ, ਪਹਿਲਾਂ ਮੈਂ ਸਤਪਾਲ ਜੌਲ ਜੀ ਨੂੰ ਵੈਲਕਮ ਕਰਨਾ। ਜੌਲ ਸਾਹਿਬ ਵੈਲਕਮ। ਥੈਂਕ ਯੂ ਜੀ ਪ੍ਰੋਫੈਸਰ ਰਵੀ ਗੋਇਲ ਜੀ। ਸਭ ਤੋਂ ਪਹਿਲਾਂ ਤੇ ਤੁਹਾਡਾ ਤੇ ਤੁਹਾਡੀ ਸਮੁੱਚੀ ਟੀਮ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਕਿਉਂਕਿ ਜਦੋਂ ਵੀ ਤੁਹਾਡਾ ਪ੍ਰੋਗਰਾਮ ਓਪਰਚੁਨਿਟੀ ਮਿਲਦੀ ਹੈ ਸੁਣੀਦਾ ਤਾਂ ਮਤਲਬ ਇਹ ਹੈ ਵੀ ਮਾਣੀਦਾ ਹੈ ਰੀਅਲੀ, ਹੈ ਨਾ, ਕਿਉਂਕਿ ਤੁਸੀਂ ਇਹ ਪ੍ਰੋਗਰਾਮ ਦਾ ਲਿੰਕ YouTube ਤੇ ਵੀ ਉਪਲਬਧ ਕਰਾਉਂਦੇ ਹੋ ਜਿਹੜਾ ਕਿ ਸਾਰੀ ਦੁਨੀਆ ਭਰ ਦੇ ਵਿੱਚ ਜਾਂਦਾ ਹੈ। ਤੇ ਇੰਨੀ ਮਿਹਨਤ ਦੇ ਨਾਲ ਇਸ ਇੰਟੈਲੈਕਚੁਅਲ ਲੈਵਲ ਤੇ ਜਾ ਕੇ ਤੁਸੀਂ ਪ੍ਰੋਫੈਸਰ ਜਦੋਂ ਗੱਲ ਕਰਦੇ ਹੋ ਤੇ ਉਹ ਸਿੰਪਲ ਭਾਸ਼ਾ ਦੇ ਵਿੱਚ ਸਧਾਰਨ ਉਹ ਬੋਲੀ ਜਿਹੜੀ ਕਿ ਆਮ ਲੋਕਾਂ ਨੂੰ ਸਮਝ ਆ ਜਾਂਦੀ ਬੜੀ ਆਰਾਮ ਦੇ ਨਾਲ। ਸੋ ਇਸ ਤਰ੍ਹਾਂ ਦੀ ਡਾਇਰੈਕਸ਼ਨ ਦੇਣ ਲਈ ਜੀ ਕਮਿਊਨਿਟੀ ਨੂੰ ਅਸੀਂ ਪ੍ਰੋਫੈਸਰ ਸਾਹਿਬ ਤੁਹਾਡੇ ਬੜੇ ਰਿਣੀ ਹੈ ਤੇ ਤੁਹਾਡਾ ਧੰਨਵਾਦ ਵੀ ਕਰਦੇ ਹਾਂ। ਤੁਸੀਂ ਬੜਾ ਇਹਦੇ ਤੇ ਆਪਣਾ ਮਿਹਨਤ ਲਗਾ ਕੇ ਜਿਹੜਾ ਜੀ ਪ੍ਰੋਗਰਾਮ ਪੇਸ਼ ਕਰਦੇ ਹੋ, ਇਹਦੀ ਵੈਲਿਊ ਤੇ ਵਰਥ ਜਿਹੜੀ ਹੈ ਜੀ ਕਮਿਊਨਿਟੀ ਜਾਣਦੀ ਹੈ ਔਰ ਤੁਹਾਡੀ ਸ਼ਖਸੀਅਤ ਦੀ ਬੜੀ ਕਦਰ ਹੈ। ਇਸ ਗੱਲੋਂ ਤੁਹਾਡਾ ਥੈਂਕ ਯੂ ਕਰਦੇ। ਨਹੀਂ ਜੀ, ਸੋ ਨਾਈਸ ਆਫ ਯੂ। ਐਕਚੁਅਲੀ ਜੌਲ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਧਰਮਾਂ ਦੇ ਉੱਤੇ ਅੱਜ ਮੈਂ ਗੱਲ ਕਰਦਾ ਜਾਂ ਮੈਨੂੰ ਡਿਗਰੀਆਂ ਮਿਲੀਆਂ, ਆਪਣੀ ਡਾਕਟਰੇਟ ਦੀ ਡਿਗਰੀ, ਐਮਲੇਟ ਦੀ ਡਿਗਰੀ, ਹਕੀਕਤ ਇਹ ਹੈ ਕਿ ਮੈਂ ਧਰਮਾਂ ਨੂੰ ਮਾਸਟਰਸ ਤੱਕ ਪੂਰੀ ਦੱਬ ਕੇ ਨਫ਼ਰਤ ਕਰਦਾ ਸੀ ਕਿਉਂਕਿ ਮੈਂ ਸਟੂਡੈਂਟ ਲੀਡਰ ਵੀ ਹਾਂ ਯੂਨੀਵਰਸਿਟੀ 'ਚ, ਤੇ ਦੱਬ ਕੇ ਧਰਮਾਂ ਦੇ ਉੱਤੇ ਮੁਖਾਲਫਤ ਕੀਤੀ। ਪਰ ਮਾਲਕ ਨੂੰ ਕਹਿੰਦੇ ਨੇ ਪਤਾ ਨਹੀਂ ਕੀ ਹੁੰਦਾ, ਕੀ ਮਨਜ਼ੂਰ ਹੈ। ਪਰ ਅੱਜ ਜਦੋਂ ਉਹਨੂੰ ਧਰਮ ਨਾ ਸਮਝਿਆ ਤੇ ਜੋ ਧਰਮ ਅਸੀਂ ਬਾਹਰ ਦੇਖਦੇ ਹਾਂ ਉਹ ਨਹੀਂ ਹੈ, ਜਦੋਂ ਅਸੀਂ ਅੰਦਰ ਆਪਣੇ ਆਪ 'ਚ ਕੋਈ ਸੁਧਾਰ ਕਰਦੇ ਹਾਂ ਉਹਨੂੰ ਸਪਿਰਿਚੁਅਲਿਟੀ ਕਹਿੰਦੇ ਨੇ। ਜਿਸ ਤਰ੍ਹਾਂ ਤਲਵਾਰ ਦੀ ਵੈਲਿਊ ਹੁੰਦੀ ਹੈ, ਮਿਆਨ ਦੀ ਨਹੀਂ ਹੁੰਦੀ, ਇਸੇ ਤਰ੍ਹਾਂ ਹੀ ਜਿੰਨੇ ਵੀ ਧਰਮ ਨੇ ਉਹਦੇ ਜੋ ਸਪਿਰਿਚੁਅਲਿਟੀ ਉਹਦੀ ਵੈਲਿਊ ਹੈ ਤੇ ਉਹਦੀ ਵੀ ਸਾਨੂੰ ਲੋੜ ਹੈ। ਸੋ ਐਨੀਵੇ ਇਹ ਤਾਂ ਮੈਂ ਤੁਹਾਨੂੰ ਹੁਣ ਕੀ ਦੱਸਾਂ, ਤੁਹਾਡਾ ਜ਼ਿਆਦਾ ਤਜਰਬਾ ਹੈ। ਸੋ ਤੁਸੀਂ ਇਲੈਕਸ਼ਨ ਦੇ ਬਾਰੇ ਦੱਸੋ, ਕਿਉਂਕਿ ਮੈਨੂੰ ਮੈਸੇਜ ਮਿਲਿਆ ਸੀਗਾ ਕਿ ਤੁਸੀਂ ਇਲੈਕਸ਼ਨ ਲੜ ਰਹੇ ਹੋ। ਫੇਰ ਸਾਨੂੰ ਬੜੀ ਖੁਸ਼ਕਿਸਮਤ, ਸਾਡੀ ਤਾਂ ਖੁਸ਼ਕਿਸਮਤੀ ਹੈ ਕਿ ਪੜ੍ਹੇ ਲਿਖੇ ਤੇ ਤੁਹਾਡੇ ਵਰਗੇ ਸੂਝਵਾਨ ਜਿਹੜੇ ਬੰਦੇ ਨੇ ਆਉਣ ਅੱਗੇ, ਤਾਂ ਉਹਦੇ ਨਾਲ ਤੁਸੀਂ ਦੇਖੋਗੇ ਕਿ ਸਮਾਜ ਦਾ ਹੌਲੀ ਹੌਲੀ ਫਾਇਦਾ ਹੁੰਦਾ ਹੈ। ਜਦੋਂ ਸਾਡੇ ਵਰਗੇ ਘੜਮ ਚੌਧਰੀ ਜਾਂ ਬੇਵਕੂਫ ਅਨਪੜ੍ਹ ਬੰਦੇ ਆਉਂਦੇ, ਬੇਵਕੂਫ ਦਾ ਸ਼ਬਦ ਮੈਂ ਖੈਰ ਜ਼ਿਆਦਾ ਸਟਰੋਂਗ ਵਰਤ ਗਿਆ। ਸੋ ਜਦੋਂ ਅਨਪੜ੍ਹ ਬੰਦੇ ਆਉਂਦੇ ਨੇ ਉਹ ਬਸ ਸਿਰਫ ਪੈਸੇ ਤੱਕ ਮਤਲਬ ਹੁੰਦਾ, ਨਾ ਉਹਨਾਂ ਨੂੰ ਕੋਈ ਟੌਪਿਕ ਦੀ ਸਮਝ ਹੁੰਦੀ ਹੈ, ਨਾ ਉਹਨਾਂ ਨੂੰ ਕੋਈ ਗਿਆਨ ਹੁੰਦਾ ਹੈ, ਤੇ ਫਿਰ ਅਸੀਂ ਵੀ ਉੱਥੇ ਹੀ ਤੁਰੇ ਫਿਰਦੇ ਹਾਂ। ਸੋ ਤੁਹਾਡੇ ਵਰਗੇ ਬੰਦਿਆਂ ਨੂੰ ਅੱਗੇ ਆਉਣਾ ਚਾਹੀਦਾ। ਤੁਸੀਂ ਕੁਛ ਦੱਸੋ ਵੀ ਤੁਹਾਡਾ ਹੁਣ ਕੀ ਪਲੈਨਿੰਗ ਆ, ਕੋਈ ਅਕਤੂਬਰ ਦੇ ਵਿੱਚ ਇਲੈਕਸ਼ਨ ਆ ਰਹੀਆਂ ਨੇ। ਬਿਲਕੁਲ ਜੀ ਪ੍ਰੋਫੈਸਰ, ਇਸ ਤਰ੍ਹਾਂ ਕਿ ਜਿਹੜੀ ਇਲੈਕਸ਼ਨ ਆ ਇਸ ਵਾਰ ਉਹ ਦੀਵਾਲੀ ਵਾਲੇ ਦਿਨ ਬੰਦੀ ਛੋੜ ਦਿਵਸ ਦੇ ਦਿਨ ਹੈ ਜੋ ਕਿ 24 ਅਕਤੂਬਰ ਨੂੰ ਹੋਏਗਾ। ਤੇ ਉਸ ਤੋਂ ਪਹਿਲਾਂ ਫਿਰ 24 ਅਕਤੂਬਰ ਤੋਂ ਪਹਿਲਾਂ 5 ਦਿਨ ਵੈਸੇ ਐਡਵਾਂਸ ਪੋਲ ਦੇ ਵੀ ਹੋਣਗੇ ਜਿਹੜੇ ਕਿ 7 ਅਕਤੂਬਰ ਨੂੰ ਸ਼ੁਰੂ ਹੋ ਜਾਣੇ ਆ। 7, 8, 9 ਅਕਤੂਬਰ ਤੇ 14, 15 ਅਕਤੂਬਰ, ਤੇ ਇਹ ਸਾਰੇ ਓਨਟਾਰੀਓ ਦੇ ਵਿੱਚ ਇੱਕ ਸਾਰ ਇੱਕੋ ਹੀ ਦਿਨ ਜਿਹੜੀ ਹੈ ਜੀ ਮਿਊਨਿਸਪਲ ਇਲੈਕਸ਼ਨ ਹੋਇਆ ਕਰਦੀ ਹੈ, ਜਿਹਦੇ ਵਿੱਚ ਕਿ ਪੀਲ ਰੀਜਨ ਵੀ ਸ਼ਾਮਲ, ਉਹਦੇ ਵਿੱਚ ਮਿਸਿਸਾਗਾ, ਬਰੈਂਪਟਨ ਤੇ ਕੈਰੀਡਨ। ਤੇ 24 ਅਕਤੂਬਰ ਹੈ ਜਿਹੜਾ ਜੀ ਉਹ ਮਿਊਨਿਸਪਲ ਇਲੈਕਸ਼ਨ ਦਾ ਡੇ ਹੈ ਸਾਡੇ ਇੱਥੇ ਓਨਟਾਰੀਓ ਪ੍ਰੋਵਿੰਸ ਦੇ ਵਿੱਚ। ਉਹਦੇ ਵਿੱਚ ਹੀ ਫਿਰ ਜਿਹੜਾ ਜੀ ਇਸ ਇਲੈਕਸ਼ਨ ਦੇ ਵਿੱਚ
ਬਰੈਂਪਟਨ ਦਾ ਵਾਰਡ 9 ਤੇ 10 ਬੜਾ ਇਹ ਚਰਚਿਤ ਹੈ ਜੀ। ਸਪ੍ਰਿੰਗਡੇਲ ਤੇ ਕੈਸਲ ਮੋਰ ਦਾ ਏਰੀਆ, ਸਪ੍ਰਿੰਗਡੇਲ ਤੇ ਕੈਸਲ ਮੋਰ ਦੇ ਇਸ ਏਰੀਆ ਦੇ ਵਿੱਚੋਂ ਜੋ ਸਕੂਲ ਟਰਸਟੀ ਦੀ ਪੋਜੀਸ਼ਨ ਦੇ ਵਾਸਤੇ GP ਆਪਣੇ ਆਪ ਨੂੰ ਕੈਂਡੀਡੇਟ ਦੇ ਤੌਰ ਤੇ ਅਸੀਂ ਪੇਸ਼ ਕੀਤਾ ਹੋਇਆ ਹੈ। ਸੋ ਉਹਦੀ ਨੋਮੀਨੇਸ਼ਨ ਹੈ ਜਿਹੜੀ GP ਆਲਰੇਡੀ ਹੋ ਚੁੱਕੀ ਹੈ ਔਰ ਸਾਡੇ ਵਾਸਤੇ ਬੜੀ ਧੰਨਵਾਦ ਆ ਪ੍ਰੋਫੈਸਰ ਰਵੀ ਗੋਇਲ ਜੀ ਕਿ ਤੁਸੀਂ ਇਸ ਰਾਈਡਿੰਗ ਇਸ ਇਲਾਕੇ ਦੇ ਵਿੱਚ ਹੋ ਤੇ ਸਾਨੂੰ GP ਤੁਹਾਡੀ ਜਿਹੜੀ ਗਾਈਡੈਂਸ ਹੈ ਤੁਹਾਡੇ ਤੋਂ ਬੜਾ ਜਿਹੜਾ GP ਉਹ ਡਾਇਰੈਕਸ਼ਨਸ ਲੈਣ ਦੇ ਵਿੱਚ ਬੜੀ ਖੁਸ਼ੀ ਪ੍ਰਾਪਤ ਹੁੰਦੀ ਹੈ। ਤੁਸੀਂ ਸਾਨੂੰ ਰਹਿਨਮਾਈ ਦਿੰਦੇ ਹੋ, ਇਸ ਕਰਕੇ ਤੁਹਾਡਾ ਬਹੁਤ ਧੰਨਵਾਦ। ਜਿੰਨੀ ਵੀ ਸਪੋਰਟ ਤੁਹਾਡੇ ਵੱਲੋਂ ਤੁਹਾਡੀ ਟੀਮ ਦੇ ਵੱਲੋਂ ਮਿਲ ਰਹੀ ਹੈ। ਸੋ ਸਕੂਲ ਟਰਸਟੀ ਦੀ ਪੋਜੀਸ਼ਨ ਤੇ ਮੈਂ ਸਤਪਾਲ ਸਿੰਘ ਜੌਲ ਜਿਹੜੇ ਕਿ ਵਾਰਡ 9 ਤੇ 10 ਤੋਂ ਬਕਾਇਦਾ ਤੌਰ ਤੇ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਹਾਂ। ਸੋ ਇਸ ਦੇ ਵਾਸਤੇ ਜਿੰਨਾ ਕੁ ਵੀ GP ਕਮਿਊਨਿਟੀ ਦੇ ਵੱਲੋਂ ਸਹਿਯੋਗ ਮਿਲ ਰਿਹਾ ਉਸ ਵਾਸਤੇ ਅਸੀਂ ਸਾਰੇ ਭੈਣ ਭਰਾਵਾਂ ਦਾ ਬੜਾ ਧੰਨਵਾਦ ਕਰਦੇ ਹਾਂ। ਜਿਹੜੀ ਇਲੈਕਸ਼ਨ ਦੀ ਕੰਪੇਨ ਵੈਸਾ ਵੀ ਇਹ ਅੱਗੇ ਜਾ ਕੇ ਹਜੇ ਤੇਜ਼ ਹੋਏਗੀ ਕਿਉਂਕਿ ਹਜੇ ਨੋਮੀਨੇਸ਼ਨਸ ਆ ਜਿਹੜੀਆਂ ਉਹ ਹੋ ਰਹੀਆਂ। ਉਸ ਤੋਂ ਬਾਅਦ ਫਿਰ ਅਗਸਤ ਦੇ ਐਂਡ ਵਿੱਚ ਲੱਗ ਰਿਹਾ ਵੀ ਸਤੰਬਰ ਦਾ ਪੂਰਾ ਮਹੀਨਾ ਤੇ ਅਕਤੂਬਰ ਦੇ ਵਿੱਚ ਜਿਹੜੀ ਇਹ ਕੰਪੇਨ ਆ GP ਚੱਲੇਗੀ। ਆਪਾਂ ਕੋਸ਼ਿਸ਼ ਕਰਾਂਗੇ ਕਿ ਸਾਰੇ ਜਿਹੜੇ ਭੈਣ ਭਰਾ ਉਹਨਾਂ ਨੂੰ ਮਿਲਿਆ ਜਾ ਸਕੇ ਆਪ ਪਰਸਨਲੀ। ਪਰ ਜਿਵੇਂ ਕਿ ਆਪਾਂ ਜਾਣਦੇ ਹਾਂ ਵਾਰਡ 9 ਤੇ 10 ਇਹ 2 ਮੈਂਬਰ ਪਾਰਲੀਮੈਂਟ ਸਾਹਿਬਾਨਾਂ ਦਾ ਏਰੀਆ ਆ ਜਾਂਦਾ ਜੀ, ਬਰੈਂਪਟਨ ਨਾਰਥ ਤੇ ਬਰੈਂਪਟਨ ਈਸਟ ਦਾ। ਸੋ ਜਿਸ ਕਰਕੇ ਵੀ ਇੰਨੇ ਵੱਡੇ ਇਲਾਕੇ ਦੇ ਵਿੱਚ ਹਰ ਘਰ ਦੇ ਵਿੱਚ ਹਰ ਭੈਣ ਭਰਾ ਤੱਕ ਸ਼ਾਇਦ ਅਸੀਂ ਪਹੁੰਚ ਨਾ ਕਰ ਸਕੀਏ। ਉਸ ਕਰਕੇ ਫਿਰ ਤੁਹਾਡਾ ਜਿਹੜਾ ਪ੍ਰੋਗਰਾਮ ਹੈ GP ਇਹਦਾ ਹੀ ਬੜੀ ਸਾਨੂੰ ਸਹਾਇਤਾ ਹੈ ਕਿ ਵੀ ਉਹਦੇ ਨਾਲ ਜਿੰਨਾ ਕੋਈ ਮੈਸੇਜ ਭੈਣ ਭਰਾਵਾਂ ਤੱਕ ਜਾਵੇ ਤੇ ਜੇ ਉਹਨਾਂ ਤੱਕ ਅਸੀਂ ਕੰਪੇਨ ਦੇ ਦੌਰਾਨ ਨਾ ਪਹੁੰਚ ਸਕੇ ਤੇ ਅੱਗੇ ਪਿੱਛੇ ਕਦੇ ਨਾ ਕਦੇ ਕਾਂਟੈਕਟ ਕਰਕੇ ਮੁਲਾਕਾਤ ਹੋਵੇਗੀ ਜ਼ਰੂਰ। ਸੋ ਜਿੱਥੇ ਜਿੱਥੇ ਵੀ ਸਾਡਾ ਸੰਦੇਸ਼ ਭੈਣ ਭਰਾਵਾਂ ਨੂੰ ਮਿਲੇ ਵਾਰਡ 9 ਤੇ 10 ਦੇ ਵਿੱਚ ਸਕੂਲ ਟਰਸਟੀ ਦੇ ਲਈ ਸਤਪਾਲ ਸਿੰਘ ਜੌਲ ਦੀ ਸਹਾਇਤਾ ਕਰਨ ਦੀ ਅਸੀਂ ਬੇਨਤੀ ਕਰਦੇ ਹਾਂ ਜੀ। ਹਾਂਜੀ ਜੌਲ ਸਾਹਿਬ, ਆਪਣਾ ਏਰੀਆ ਵੀ ਦੱਸ ਦਿਓ। 9 ਤੇ 10 ਵਾਰਡ ਵੈਸੇ ਹਰੇਕ ਬੰਦੇ ਨੂੰ ਪਤਾ ਜਿਹੜੇ ਬਰੈਂਪਟਨ 'ਚ ਰਹਿੰਦੇ ਨੇ, ਪਰ ਜਿਸ ਆਸਾਨ ਬਿਲਕੁਲ ਕਹਿੰਦੇ ਪੇਂਡੂ ਭਾਸ਼ਾ 'ਚ ਬਿਲਕੁਲ ਸੁੱਤੇ ਪਏ ਨੂੰ ਜਗਾਉਣਾ ਹੋਵੇ ਵੀ ਕਿਹੜਾ ਏਰੀਆ ਕਿਹੜੀ ਯੂਰਿਸਡਿਕਸ਼ਨ ਆ ਉਹਦੀ 9 ਤੇ 10 ਦੀ, ਤੁਸੀਂ ਜੇ ਦੱਸ ਦਿਓ ਤਾਂ ਬੜੀ ਮਿਹਰਬਾਨੀ। ਬਿਲਕੁਲ ਜੀ, ਆਪਣੀ ਭਾਸ਼ਾ ਦੇ ਵਿੱਚ ਇੱਕ ਤੇ ਸਪ੍ਰਿੰਗਡੇਲ ਸਾਰਿਆਂ ਨੂੰ ਪਤਾ ਜੀ, ਸਪ੍ਰਿੰਗਡੇਲ ਵਾਰਡ 9 ਹੈ ਜੀ। ਕੈਸਲਮੋਰ ਸਾਰਿਆਂ ਨੂੰ ਪਤਾ ਜੀ, ਇਹ ਵਾਰਡ 10 ਹੈ ਜੀ। ਸੋ ਦੂਸਰਾ ਵੀ ਹਸਪੀਟਲ ਦੇ ਮਗਰ ਪਿਛਲਾ ਜਿਹੜਾ ਬੈਕ ਸਾਈਡ ਦਾ ਏਰੀਆ ਮੇਫੀਲਡ ਰੋਡ ਤੱਕ ਇਹ ਸਾਰਾ ਵਾਰਡ 9 ਤੇ 10 ਦੇ ਵਿੱਚ ਆ ਜਾਂਦਾ ਜੀ। ਸੋ ਜੇ ਅਫੀਸ਼ੀਅਲ ਲੈਂਗੁਏਜ ਦੇ ਵਿੱਚ ਦੱਸਣਾ ਹੋਵੇ ਮੇਫੀਲਡ ਰੋਡ ਤੋਂ ਸਾਊਥ ਸਾਈਡ ਨੂੰ ਬੋਵੇਡ ਡਰਾਈਵ ਤੱਕ ਤੇ ਕੈਸਲਮੋਰ ਰੋਡ ਤੱਕ ਤੇ ਹਾਈਵੇ 50 ਤੋਂ ਲੈ ਕੇ ਹਾਈਵੇ 410 ਇਹਨਾਂ ਦੇ ਵਿਚਾਲੇ ਵਾਲੇ ਜਿੰਨੇ ਵੀ ਘਰ ਏਰੀਆਜ਼ ਹੈਗੇ ਬਿਜ਼ਨਸਿਸ ਹੈਗੇ ਉਹ ਸਾਰੇ ਵਾਰਡ 9 ਤੇ 10 ਦੇ ਵਿੱਚ ਆਉਂਦੇ ਆ। ਤੇ ਥੋੜਾ ਜਿਹਾ ਇੱਕ ਏਰੀਆ ਜਿਹੜਾ ਜੀ ਵੀ ਕੈਸਲਮੋਰ ਰੋਡ ਤੋਂ ਤੇ ਗੋਰ ਰੋਡ ਤੋਂ ਨਾਰਥ ਸਾਈਡ ਨੂੰ ਜਿੱਥੇ ਕਿ ਮੰਦਿਰ ਹੈ, ਗੋਰ ਰੋਡ ਦੇ ਉੱਤੇ ਜਿੱਥੇ ਮੰਦਿਰ ਹੈ, ਮੰਦਿਰ ਦੀ ਜਿਹੜੀ ਬੈਕ ਸਾਈਡ ਹੈ ਹਾਈਵੇ 50 ਤੱਕ ਤੇ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਸਾਹਮਣੇ ਵਾਲਾ ਜਿਹੜਾ ਏਰੀਆ ਬਨੀਜ਼ਰ ਨੂੰ ਕ੍ਰਾਸ ਕਰਦੇ ਆ ਨਾਰਥ ਸਾਈਡ ਨੂੰ ਹੈ, ਉਹ ਵੀ ਵਾਰਡ 10 ਦਾ ਹਿੱਸਾ ਹੈ। ਸੋ ਇਸ ਤਰ੍ਹਾਂ ਇਹ ਹੈ ਜੀ ਕਿ ਵਾਰਡ 10 9 ਕਾਫੀ ਵਿਸ਼ਾਲ ਇਲਾਕਾ ਹੈਗਾ। ਕੁੱਲ ਮਿਲਾ ਕੇ ਸਪ੍ਰਿੰਗਡੇਲ ਤੇ ਕੈਸਲਮੋਰ ਦਾ ਏਰੀਆ ਜਿਹੜਾ ਆਪਾਂ ਕਹਿ ਸਕਦੇ ਸਿੰਪਲ ਭਾਸ਼ਾ 'ਚ। ਹਾਂਜੀ, ਸੋ ਜੌਲ ਸਾਹਿਬ, ਮੈਂ ਜਦੋਂ ਆਪਣੀ ਹੁਣ MPP ਦੀਆਂ ਇਲੈਕਸ਼ਨਾਂ ਹੋਈਆਂ ਸੀਗੀਆਂ ਉਦੋਂ ਵੀ ਮੈਂ ਕਵਰ ਕੀਤਾ ਸੀਗਾ ਤੇ ਉਦੋਂ ਮੈਨੂੰ ਸਭ ਤੋਂ ਵਧੀਆ ਗੱਲ ਲੱਗੀ ਕਿ ਜਦੋਂ ਮੈਂ ਪੁੱਛਿਆ ਵੀ ਏਰੀ ਯੂਰਿਸਡਿਕਸ਼ਨ ਦੱਸੋ ਤਾਂ ਆਪਣੇ ਜਿਹੜੇ ਗਰੇਵਾਲ ਸਾਹਿਬ ਨੇ ਜਿਹੜੇ ਕੱਲ ਸਾਡੇ ਫੰਕਸ਼ਨ ਤੇ ਵੀ ਆਏ ਸੀਗੇ ਉਹਨਾਂ ਦੀ ਗੱਲ ਮੈਨੂੰ ਬੜੀ ਪਿਆਰੀ ਗੱਲ ਲੱਗੀ। ਉਹ ਕਹਿੰਦੇ ਜੀ ਡਾਕਟਰ ਸਾਹਿਬ ਸਿੰਪਲ ਤਰੀਕਾ ਹੈ, L6P ਨੂੰ ਯਾਦ ਰੱਖੋ, ਬਾਲੀਆਂ ਵੋਟਾਂ L6P ਹੀ ਕਵਰ ਕਰਦੀ ਹੈ 9 ਤੇ 10 ਨੂੰ। ਗੱਲ ਇਹ ਵੀ ਬੜੀ ਪਾਈਦਾਰ ਹੈ। ਉਹਦੇ ਵਿੱਚ ਪੁਆਇੰਟ ਇੰਨਾ ਹੀ ਆ ਕਿ L6P ਦਾ ਹਿੱਸਾ ਕੁਝ ਆ ਜਿਹੜਾ ਜੀ ਉਹ ਵਾਰਡ 10 ਚ ਆ ਤੇ ਕੁਝ ਜਿਹੜਾ ਬਾਕੀ ਦਾ ਹਿੱਸਾ ਵਾਰਡ 8 ਚ ਪੈ ਜਾਂਦਾ ਜਿਹੜਾ ਕਿ ਰੋਡ ਤੋਂ ਜੀ ਪਈ ਵੈਸਟ ਸਾਈਡ ਨੂੰ ਤੇ ਕੈਸਲਮੋਰ ਰੋਡ ਤੋਂ ਸਾਊਥ ਸਾਈਡ ਨੂੰ। L6P ਦਾ ਜਿਹੜਾ ਹਿੱਸਾ ਜੀ ਪਈ ਆਲਮੋਸਟ 2/3 ਆ ਜਿਹੜਾ ਵਾਰਡ 10 ਦੇ ਵਿੱਚ ਪੈ ਜਾਂਦਾ ਮੇਫੀਲਡ ਰੋਡ ਤੱਕ। ਪਰ ਇੱਕ ਪਤੇ ਦੀ ਗੱਲ ਬਿਲਕੁਲ ਇਹਦੇ ਵਿੱਚ ਆਪਾਂ ਏਦਾਂ ਐਡ ਕਰ ਸਕਦੇ ਹਾਂ ਵੀ ਜਿਹੜਾ ਵਾਰਡ 9 ਹੈ L6R ਜਿਹੜਾ ਪੋਸਟਲ ਕੋਡ ਆ ਉਹ ਸਾਰੇ ਦਾ ਸਾਰਾ ਹੀ ਵਾਰਡ 9 ਆ ਜੀ। ਅੱਛਾ, ਵੈਰੀ ਗੁੱਡ। L6R ਜਿਹੜਾ ਉਹ ਪੂਰੇ ਦਾ ਪੂਰਾ ਪੋਸਟਲ ਕੋਡ ਜਿਹੜਾ ਜੀ ਵਾਰਡ 9 ਹੈ। L6P ਦਾ ਸਮ ਏਰੀਆ ਵਾਰਡ 10 ਦਾ ਹੈ। ਵੈਰੀ ਗੁੱਡ, ਵੈਰੀ ਗੁੱਡ। ਚਲੋ ਹੁਣ ਆਪਾਂ ਜੌਲ ਸਾਹਿਬ, ਮੈਂ ਥੋੜਾ ਜਿਹਾ ਸੌਰੀ ਮੈਂ ਤੁਹਾਨੂੰ ਜ਼ਿਆਦਾ ਟਾਈਮ ਨਹੀਂ ਦੇ ਸਕਦਾ ਕਿਉਂਕਿ ਮੇਰਾ ਟੌਪਿਕ ਵੀ ਥੋੜਾ ਜਿਹਾ ਲੰਬਾ ਹੈ। ਸੋ ਆਪਾਂ ਫਿਰ ਨੈਕਸਟ ਟਾਈਮ ਗੱਲ ਕਰ ਲਾਂਗੇ। ਵਿਸ਼ ਯੂ ਆਲ ਦਾ ਬੈਸਟ। ਤੇ ਮੈਂ ਤਾਂ ਪਹਿਲਾਂ ਹੀ ਦਿਲੋਂ ਕਹਿੰਦਾ ਵੀ ਤੁਹਾਡੀ ਜਿਹੜੀ ਸਮਾਈਲ ਹੈ ਨਾ ਦੱਬ ਕੇ ਪ੍ਰਮਾਤਮਾ ਇੱਕ ਤਾਂ ਸਮਾਈਲ ਲਿਆ ਹੀ ਦੇਵੇ ਪੱਕੇ ਤੌਰ ਤੇ ਤਾਂ ਕਿ ਤੁਹਾਨੂੰ ਅਸੀਂ ਵਧਾਈਆਂ ਦੇ ਸਕੀਏ। ਹੈ ਨਾ, ਦਿਲੋਂ ਸਾਡੀ ਖੁਆਇਸ਼ ਹੈ ਕਿ ਤੁਹਾਡੇ ਵਰਗੇ ਸੱਜਣ ਯਾਰ ਦੋਸਤ ਮਿੱਤਰ ਕਦੇ ਜਿਹੜੇ ਕਹਿੰਦੇ ਨੇ ਦੋਸਤ ਵਨਸ ਏ ਫਰੈਂਡ ਇਜ਼ ਆਲਵੇਜ਼ ਫਰੈਂਡ। ਸੋ ਤੁਸੀਂ ਉਸ ਸ਼੍ਰੇਣੀ ਦੇ ਵਿੱਚੋਂ ਸੈਕਸ਼ਨ ਦੇ ਵਿੱਚੋਂ ਤੇ ਤੁਸੀਂ ਹਮੇਸ਼ਾ ਹੀ ਕਮਿਊਨਿਟੀ ਦੀ ਸੇਵਾ ਕਰਦੇ ਹੋ। ਸਾਡੀ ਕਮਿਊਨਿਟੀ ਨੂੰ ਵੀ ਸੋਚਣ ਦੀ ਲੋੜ ਹੈ ਕਿ ਜਿਹੜਾ ਬੰਦਾ ਦੁੱਖ ਸੁੱਖ ਦੇ ਵਿੱਚ ਸਾਨੂੰ ਟਾਈਮ ਟੂ ਟਾਈਮ
ਟਾਈਮ ਗਾਈਡ ਕਰਦਾ, ਸਵੇਰੇ ਉੱਠ ਕੇ ਸਾਨੂੰ ਖਬਰਾਂ ਪਹੁੰਚਾਉਂਦਾ ਵਿਦਆਊਟ ਐਨੀ ਰੀਜ਼ਨ, ਵਿਦਆਊਟ ਪੈਸਾ ਔਰ ਐਨੀਥਿੰਗ, ਵਿਦਆਊਟ ਐਨੀ ਪਰਪਸ। ਸੋ ਸਾਨੂੰ ਵੀ ਬਾਂਹ ਫੜਨੀ ਚਾਹੀਦੀ ਹੈ, ਜਿਵੇਂ ਸੰਗਰੂਰ ਦੇ ਵਿੱਚ ਹੁਣ ਸਿਮਰਨਜੀਤ ਸਿੰਘ ਮਾਨ ਦੀ ਕਿੰਨੇ ਚਿਰ ਪਿੱਛੋਂ ਬਾਂਹ ਫੜੀ, ਉਹਨਾਂ ਦਾ ਹਮੇਸ਼ਾ ਲਾਂਭਾ ਹੁੰਦਾ ਸੀਗਾ ਕਿ ਵੋਟਾਂ ਦਾ ਮੈਨੂੰ ਯਾਰ ਪਾਉਂਦੇ ਨਹੀਂ, ਕੰਮ ਲਈ ਜਾਂਦੇ ਨੇ ਮੈਥੋਂ, ਰਹਿ ਲੈਂਦੇ ਨੇ। ਸੋ ਉਹਨਾਂ ਦਾ ਲਾਂਭਾ ਲਾਇਆ। ਸੋ ਮੈਂ ਹੁਣ ਇਹ ਚਾਹੁੰਦਾ ਵੀ ਸਾਡੇ ਵੀ ਜਿਹੜੇ ਪੰਜਾਬੀ ਭਰਾ ਨੇ ਤੇ ਜਿਹੜੇ ਵੀ 9 ਤੇ 10 ਵਾਰਡ 'ਚ ਰਹਿੰਦੇ ਨੇ, ਜਿਹੜੇ ਹੁਣ ਤੁਸੀਂ ਸਵੇਰੇ ਸਵੇਰੇ ਲੋਕਾਂ ਦੀ ਭਲਾਈ ਦੇ ਲਈ ਕੰਮ ਕਰਦੇ ਹੋ, ਖਬਰਾਂ ਦਿੰਦੇ ਹੋ, ਇਨਫੋਰਮੇਸ਼ਨ ਦਿੰਦੇ ਹੋ, ਉਹ ਹੁਣ ਐਕਚੁਅਲੀ ਤੁਹਾਡਾ ਲਾਂਭਾ ਜਿਹੜਾ ਦੂਰ ਕਰਕੇ ਤੁਹਾਨੂੰ ਵੀ ਫਿਰ 24 ਤਰੀਕ ਨੂੰ ਵਧਾਈਆਂ ਦੇਣਗੇ। ਥੈਂਕ ਯੂ ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਬਾਖੂਬੀ ਸਾਰਾ ਕੁਝ ਦੱਸ ਹੀ ਦਿੱਤਾ। ਤੇ ਇਸੇ ਤਰ੍ਹਾਂ ਜੀ ਕਿ ਦੇਖੋ ਗੁਰੂ ਮਹਾਰਾਜ ਜੀ ਦੇ ਘਰ ਕਹਿ ਲਓ ਵੀ ਜਾਂ ਸੰਗਤ ਦੇ ਘਰ ਦੇਰ ਹੋ ਸਕਦੀ ਹੈ ਹਨੇਰ ਨਹੀਂ। ਸੋ ਹਰ ਇੱਕ ਵਿਅਕਤੀ ਦੀ ਕੰਟਰੀਬਿਊਸ਼ਨ ਨੂੰ ਸੰਗਤ ਬਹੁਤ ਪਾਰਖੂ ਨਜ਼ਰ ਦੇ ਨਾਲ ਪਰਖਦੇ ਰਹਿੰਦੇ ਨੇ ਜੀ ਔਨਗੋਇੰਗ। ਸੋ ਸਾਡੇ ਵੱਲੋਂ ਜੋ ਹੁੰਦਾ ਸਰਦਾ ਉਹ ਸਦਾ ਕਰਦੇ ਰਹੇ ਹਾਂ, ਕਰਦੇ ਰਵਾਂਗੇ। ਸੋ ਜੋ ਸੰਗਤ ਡਿਸੀਜਨ ਦੇਵੇਗੀ, ਆਸ ਕਰਦੇ ਹਾਂ ਕਿ ਉਹ ਆਪਣੇ ਬੈਸਟ ਇੰਟਰਸਟ ਵਿੱਚ ਫੈਸਲਾ ਲੈਣਗੇ। ਅਸੀਂ ਤਾਂ ਆਪਣੇ ਆਪ ਨੂੰ ਪੇਸ਼ ਹੀ ਕਰ ਸਕਦੇ ਹਾਂ ਜੀ, ਉਹ ਪੇਸ਼ ਕਰ ਚੁੱਕੇ ਹਾਂ ਤੇ ਅੱਗੇ ਹੁਣ ਸੰਗਤ ਦਾ ਫੈਸਲਾ ਉਡੀਕਾਂਗੇ। ਬਿਲਕੁਲ ਠੀਕ ਹੈ ਸਰ, ਬਿਲਕੁਲ ਠੀਕ ਹੈ। ਚਲੋ ਠੀਕ ਹੈ ਜੋਲ ਸਾਹਿਬ, ਆਲ ਦਾ ਬੈਸਟ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ। ਚਲੋ ਹੁਣ ਆਪਾਂ ਪਿਆਰੇ ਸਰੋਤਿਓ ਆਪਣੇ ਟੌਪਿਕ ਤੇ ਆ ਰਹੇ ਹਾਂ। ਟੌਪਿਕ ਤੇ ਜਿਵੇਂ ਥੋੜੀ ਜਿਹੀ ਆਪਾਂ ਗੱਲ ਕਰ ਰਹੀ ਸੀਗੀ ਕਿ ਕੀ ਅਸੀਂ ਦੂਜਿਆਂ ਲਈ ਅਰਦਾਸ ਕਰ ਸਕਦੇ ਹਾਂ, ਆਪਣੇ ਲਈ ਕਰ ਸਕਦੇ ਹਾਂ। ਸਿੰਪਲ ਤਰੀਕਾ ਇਹੀ ਹੈ ਕਿ ਇੱਕ ਜਿਵੇਂ ਕਿ ਬੁੱਲੇ ਸ਼ਾਹ ਨੇ ਗੱਲ ਕਹੀ ਸੀ ਨਾ ਕਿ ਆਖਿਰ ਮਰਨਾ ਹੈ, ਮੌਤ ਨੇ ਛੱਡਣਾ ਨਹੀਂ। ਹਕੀਕਤ ਕੀ ਹੈ ਕਿ ਮੌਤ ਸਭ ਨੂੰ ਆਉਣੀ ਹੈ। ਡਜ਼ਨਟ ਮੈਟਰ ਰਾਜਾ ਹੈ, ਕੋਈ ਉਹਦਾ ਮੰਤਰੀ ਹੈ, ਕੋਈ ਅਮੀਰ ਹੈ, ਕੋਈ ਗਰੀਬ ਹੈ, ਕੋਈ ਗੋਰਾ ਹੈ, ਕੋਈ ਕਾਲਾ ਹੈ, ਕੋਈ ਇੰਡੀਅਨ ਹੈ, ਕੋਈ ਪਾਕਿਸਤਾਨੀ ਹੈ, ਕੋਈ ਜੋ ਮਰਜ਼ੀ ਹੈ, ਨੋ ਮੈਟਰ ਵਾਟ, ਕਿਸੇ ਧਰਮ ਦਾ ਹੈ, ਮੌਤ ਤਾਂ ਆਉਣੀ ਹੈ। ਦੈਟ ਇਜ਼ ਇੱਕ ਅਟਲ ਸੱਚਾਈ ਹੈ, ਯੂਨੀਵਰਸਲ ਟਰੂਥ ਹੈ। ਆਖਿਰ ਮਰਨਾ ਹੈ, ਮੌਤ ਨੇ ਛੱਡਣਾ ਨਹੀਂ, ਯਾਰਾ ਕਿਸੇ ਲਈ ਮਰੇ ਤਾਂ ਜਾਣਾ। ਮੌਤ ਤਾਂ ਇੱਕ ਵਾਰੀ ਆਉਣੀ ਹੈ, ਪਰ ਜੇ ਅਸੀਂ ਅਜਿਹੀ ਮੌਤ ਕਿਸੇ ਦੇ ਦੂਜੇ ਦੇ ਫਾਇਦੇ ਦੇ ਲਈ, ਦੂਜੇ ਨੂੰ ਬਚਾਉਣ ਦੇ ਲਈ ਮਰ ਜਾਈਏ ਨਾ, ਉਹਨੂੰ ਲੋਕ ਹਮੇਸ਼ਾ ਯਾਦ ਰੱਖਦੇ ਨੇ। ਅੱਜ ਭਗਤ ਸਿੰਘ ਨੂੰ ਕਿਉਂ ਯਾਦ ਰੱਖਿਆ ਜਾਂਦਾ ਹੈ? ਅੱਜ ਗੁਰੂ ਨਾਨਕ ਸਾਹਿਬ ਨੂੰ ਕਿਉਂ ਸਿਜਦਾ ਕੀਤਾ ਜਾਂਦਾ ਹੈ? ਅੱਜ ਜੀਸਸ ਕ੍ਰਾਈਸਟ ਨੂੰ ਕਿਉਂ ਕੀਤਾ ਜਾਂਦਾ? ਉਹ ਆਪ ਨਹੀਂ ਸੀ, ਉਹ ਸਾਨੂੰ ਬਚਾਉਣ ਦੇ ਲਈ, ਸਾਡਾ ਫਾਇਦਾ ਕਰਨ ਦੇ ਲਈ ਆਪ ਸ਼ਹੀਦੀਆਂ ਪਾ ਗਏ। ਸੋ ਉਹ ਜਿਹੇ ਲੋਕਾਂ ਦੀ ਹਿਸਟਰੀ ਬਣਦੀ ਹੈ। ਨਹੀਂ ਤਾਂ ਰੋਜ਼ਾਨਾ ਅਸੀਂ ਦੇਖਦੇ ਹਾਂ ਸੈਂਕੜੇ ਬੰਦੇ ਮਰਦੇ ਨੇ, ਦੁਨੀਆ ਦੇ ਵਿੱਚ ਲੱਖਾਂ ਬੰਦੇ ਰੋਜ਼ਾਨਾ ਮਰਦੇ ਨੇ। ਕੌਣ ਯਾਦ ਕਰਦਾ? ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਰਾਜਾ, ਚਾਹੇ ਕੋਈ ਗੋਰਾ, ਚਾਹੇ ਕੋਈ ਕਾਲਾ, ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਸਿੱਖ ਹੈ, ਈਸਾਈ ਹੈ, ਕੌਣ ਕਰਦਾ? ਜਿਹੜਾ ਬੰਦਾ ਕਿਸੇ ਦੇ ਲਈ ਪਰਉਪਕਾਰ ਕਰਦਾ, ਸੁਸਾਇਟੀ ਲਈ ਕੁਝ ਕਰਦਾ, ਲੋਕ ਉਹਨੂੰ ਯਾਦ ਰੱਖਦੇ ਨੇ। ਅੱਜ ਪੂਰਨ ਭਗਤ ਨੂੰ ਯਾਦ ਰੱਖਿਆ ਜਾਂਦਾ। ਅੱਜ ਪਾਕਿਸਤਾਨ ਦੇ ਵਿੱਚ ਈਦੀ ਦੀ ਸਪੈਸ਼ਲ ਜਿਹੜੀ ਆ, ਉਹਨੂੰ ਸਪੈਸ਼ਲ ਤੌਰ ਤੇ ਯਾਦ ਕੀਤਾ ਜਾਂਦਾ, ਰਿਸਪੈਕਟ ਕਰਨਾ। ਇਸੇ ਕਰਕੇ ਬੁੱਲੇ ਸ਼ਾਹ ਨੇ ਕਿਹਾ ਸੀਗਾ, ਆਖਿਰ ਮਰਨਾ ਹੈ, ਮੌਤ ਨੇ ਛੱਡਣਾ ਨਹੀਂ, ਯਾਰਾ ਕਿਸੇ ਲਈ ਮਰੇ ਤਾਂ ਜਾਣਾ। ਤੇਰਾ ਇਕੱਲੇ ਦਾ ਤੈਰਨਾ ਬਹਾਦਰੀ ਨਹੀਂ। ਜਿਹੜੇ ਲੋਕ ਸਵੀਮਿੰਗ ਕਰਦੇ ਨੇ ਕਿ ਮੈਂ 5 ਕਿਲੋਮੀਟਰ ਕਰ ਲੈਣਾ, 2 ਘੰਟੇ ਕਰ ਲੈਣਾ, 4 ਘੰਟੇ ਕਰ ਲੈਣਾ, ਠੀਕ ਹੈ, ਵਧੀਆ ਗੱਲ ਹੈ, ਪਰ ਇਹ ਕੋਈ ਬਹਾਦਰੀ ਨਹੀਂ। ਪਰ ਜੇ ਉਸ ਟਾਈਮ ਕੋਈ ਡੁੱਬ ਰਿਹਾ ਨਾ ਤੇ ਤੂੰ ਉਹਨੂੰ ਬਚਾ ਲੈ, ਉਹਦੀ ਜ਼ਿੰਦਗੀ ਬਚਾ ਲੈ, ਫਿਰ ਕਹਿੰਦੇ ਨੇ ਵੀ ਤੂੰ ਬਹੁਤ ਵਧੀਆ ਸਵਿਮਰ ਹੈ। ਤੇਰੇ ਇਕੱਲੇ ਦਾ ਤੈਰਨਾ ਬਹਾਦਰੀ ਨਹੀਂ, ਕਿਸੇ ਡੁੱਬਦੇ ਨੂੰ ਲੈ ਕੇ ਤਰੇ ਤਾਂ ਜਾਣਾ। ਭਲਿਆਂ ਨਾਲ ਕਰਦਾ ਹਰ ਕੋਈ ਭਲਾ, ਭਲਿਆਂ ਨਾਲ ਕਰਦਾ ਹਰ ਕੋਈ ਭਲਾ। ਤੁਸੀਂ ਮੇਰੇ ਨਾਲ ਚੰਗੇ ਹੋ, ਮੈਂ ਤੁਹਾਡੇ ਨਾਲ ਚੰਗਾ। ਤੁਸੀਂ ਮੇਰੇ ਸ਼ਗਨ ਪਾ ਗਏ ਮੁੰਡੇ ਦੇ ਵਿਆਹ ਤੇ, ਮੈਂ ਤੁਹਾਡੀ ਕੁੜੀ ਦੇ ਵਿਆਹ ਤੇ ਸ਼ਗਨ ਪਾ ਗਿਆ। ਤੁਸੀਂ 4 ਦਿਨ ਮੈਨੂੰ ਰੋਟੀ ਤੇ ਬੁਲਾ ਲਿਆ, ਮੈਂ 6 ਦਿਨ ਤੁਹਾਨੂੰ ਬੁਲਾ ਲਿਆ। ਇਹ ਤਾਂ ਚੱਲਦਾ ਸਮਾਜ 'ਚ। ਪਰ ਜਿਹੜਾ ਤੁਹਾਡੇ ਨਾਲ ਬੁਰਾ ਵੀ ਕਰੇ, ਤੁਹਾਡੇ ਨਾਲ ਨਫ਼ਰਤ ਵੀ ਕਰੇ, ਤੁਹਾਡਾ ਮਾੜਾ ਵੀ ਕਰੇ, ਫਿਰ ਵੀ ਤੁਸੀਂ ਉਹਦੇ ਨਾਲ ਮੌਕੇ ਤੇ ਆ ਕੇ ਉਹਦਾ ਫਾਇਦਾ ਕਰਦੇ ਹੋ, ਉਸ ਬੰਦੇ ਨੂੰ ਬਹਾਦਰ ਗਿਣਿਆ ਜਾਂਦਾ ਹੈ। ਸੋ ਸੇਮ ਪ੍ਰਿੰਸੀਪਲ ਦੇ ਉੱਤੇ ਚੱਲਦੇ ਹੋਏ ਇਹ ਗੱਲ ਦੇ ਉੱਤੇ ਅਸੀਂ ਇਸ ਰਿਜ਼ਲਟ ਤੇ ਪਹੁੰਚਦੇ ਹਾਂ ਕਿ ਜਿਹੜੀ ਅਰਦਾਸ ਹੈ ਉਹ ਕੁੱਲ ਕਾਇਨਾਤ ਦੀ ਕਰਨੀ ਚਾਹੀਦੀ ਹੈ। ਕਿਉਂ? ਜਦੋਂ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ, ਕਿਹਾ ਨਾ ਸ਼੍ਰੀ ਗੁਰੂ ਨਾਨਕ ਨੇ, ਤੇਰੇ ਭਾਣੇ ਸਰਬੱਤ ਦਾ ਭਲਾ। ਜਦੋਂ ਸਾਰਿਆਂ ਦਾ ਭਲਾ ਮੰਗਦੇ ਆ, ਉਹਦੇ ਵਿੱਚ ਆਟੋਮੈਟਿਕਲੀ ਸਾਡਾ ਨੰਬਰ ਪਹਿਲਾ ਹੁੰਦਾ ਹੈ। ਇੱਕ ਰੂਹਾਨੀਅਤ ਦੀ ਤੁਹਾਨੂੰ ਮੈਂ ਪ੍ਰਿੰਸੀਪਲ ਦੱਸਦਾ। ਜਦੋਂ ਅਸੀਂ ਜਦੋਂ ਕੋਈ ਚੀਜ਼ ਖਾਣ ਲਈ ਹੁੰਦੀ ਹੈ, ਜਦੋਂ ਤੁਸੀਂ ਆਪ ਹੀ ਪਲੇਟ ਭਰ ਕੇ ਖਾ ਲੈਂਦੇ, ਉਹਦਾ ਕੋਈ ਫਾਇਦਾ ਨਹੀਂ। ਜਦੋਂ ਤੁਸੀਂ ਸਾਰਿਆਂ ਨੂੰ ਖਵਾ ਕੇ ਚੰਗੀ ਤਰ੍ਹਾਂ ਸੋਚਦੇ ਹੋ ਮੈਂ ਬਾਅਦ 'ਚ ਖਾਊਂਗਾ, ਪਹਿਲਾਂ ਸਾਰਿਆਂ ਦੀ ਸੇਵਾ ਕਰਨਾ, ਤੁਸੀਂ ਦੇਖੋ ਤੁਹਾਡੇ ਅੰਦਰ ਇੱਕ ਜ਼ਬਰਦਸਤ ਸਬਰ ਹੁੰਦਾ ਹੈ, ਸੰਤੋਖ ਹੁੰਦਾ ਹੈ, ਇੱਕ ਇੰਨੀ ਪਾਵਰ ਹੁੰਦੀ ਹੈ ਤੁਹਾਡੇ ਅੰਦਰ, ਸਪਿਰਿਚੁਅਲ ਪਾਵਰ ਹੁੰਦੀ ਹੈ। ਤੁਸੀਂ ਦੇਖਦੇ ਹੋ ਕਿ ਪ੍ਰਮਾਤਮਾ ਖੁਸ਼ ਹੋ ਰਿਹਾ ਹੈ ਤੁਹਾਡੇ ਉਸ ਕੰਮ ਨੂੰ ਦੇਖ ਕੇ। ਇਸੇ ਤਰ੍ਹਾਂ ਹੀ ਜਦੋਂ ਅਸੀਂ ਦੂਜਿਆਂ ਦੇ ਲਈ ਅਰਦਾਸ ਕਰਦੇ ਹਾਂ ਕਿ ਹੇ ਸੱਚੇ ਪਾਤਸ਼ਾਹ, ਹੇ ਅੱਲਾ, ਹੇ ਵਾਹਿਗੁਰੂ, ਹੇ ਪ੍ਰਮਾਤਮਾ, ਤੂੰ ਸਾਰਿਆਂ ਨੂੰ ਸੁੱਖ ਸ਼ਾਂਤੀ ਦੇ, ਤੂੰ ਸਾਰਿਆਂ ਨੂੰ ਸਮਤ ਦੇ, ਤੂੰ ਸਾਰਿਆਂ ਨੂੰ ਤੰਦਰੁਸਤੀ ਦੇ, ਤੂੰ ਸਾਰਿਆਂ ਦੀ ਗਰੀਬੀ ਦੂਰ ਕਰ ਦੇ, ਸਾਰਿਆਂ ਨੂੰ ਤੂੰ ਜਿਹੜੇ ਯੂਕਰੇਨ ਦੇ ਵਿੱਚ ਬੰਦੇ ਮਰ ਰਹੇ ਨੇ ਫਟਾਫਟ ਉਹਨਾਂ ਨੂੰ ਬਚਾ।
ਰਸ਼ੀਅਨ ਨੂੰ ਸਮਝਾ, ਜਦੋਂ ਅਸੀਂ ਸਾਰਿਆਂ ਨੂੰ ਕਰਦੇ ਹਾਂ ਤਾਂ ਉਹ ਜਿਹੜੀ ਅਰਜ਼ੋਈ ਹੈ, ਬੇਨਤੀ ਹੈ, ਅਰਦਾਸ ਹੈ, ਪ੍ਰੇਅਰ ਹੈ, ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਜ਼ਰੂਰ ਕਬੂਲ ਹੁੰਦੀ ਹੈ। ਇਹ ਗੱਲ ਖਿਆਲ ਰੱਖੋ। ਦੂਜਾ ਟੌਪਿਕ ਹੈ, ਕਿਉਂਕਿ ਟਾਈਮ ਦੀ ਵੀ ਆਪਾਂ ਨੂੰ ਅੱਜ ਪਾਬੰਦੀ ਹੈ, ਦੂਸਰਾ ਇਹ ਹੈ ਕਿ ਕਿਹੜੀ ਸਾਡੀ ਜਿਹੜੀ ਪ੍ਰੇਅਰ ਹੈ ਉਹ ਮਨਜ਼ੂਰ ਹੁੰਦੀ ਹੈ ਤੇ ਕਿਹੜੀ ਕਬੂਲ ਨਹੀਂ ਹੁੰਦੀ, ਕਿਹੜੀ ਮਨਜ਼ੂਰ ਨਹੀਂ ਹੁੰਦੀ ਤੇ ਕਿਹੜੀ ਹੁੰਦੀ ਹੈ ਤੇ ਕਦੋਂ ਹੁੰਦੀ ਹੈ, ਕਿੰਨੇ ਸਮੇਂ ਬਾਅਦ ਹੁੰਦੀ ਹੈ। ਇਸ ਟੌਪਿਕ ਦੇ ਉੱਤੇ ਅੱਜ ਇੰਨੀ ਕੀ ਗੱਲ ਕਰ ਲਾਂਗੇ ਆਪਾਂ, ਫਿਰ ਬਾਕੀ ਫਿਰ ਨੈਕਸਟ ਵੀ ਕਰ ਲਾਂਗੇ। ਦੇਖੋ ਬੜੀ ਗੱਲ ਸਿੰਪਲ ਹੈ ਕਿ ਪ੍ਰੇਅਰ ਉਹ ਕਬੂਲ ਹੁੰਦੀ ਹੈ, ਪ੍ਰੇਅਰ ਉਹ ਕਬੂਲ ਹੁੰਦੀ ਹੈ ਜਿਹਦਾ ਕਿਸੇ ਨੂੰ ਨੁਕਸਾਨ ਨਾ ਹੋਵੇ। ਜਿਹਦੇ ਨਾਲ ਆਪਾਂ ਕਿਸੇ ਦਾ ਨੁਕਸਾਨ ਕਰਦੇ ਹਾਂ, ਜੇ ਹੁਣ ਫਰਜ਼ ਕਰੋ ਕਿਵੇਂ ਮੈਂ ਕਿਸੇ ਦਾ ਕਤਲ ਕਰਿਆ ਆ, ਕਿਸੇ ਦੇ ਸਿਰ 'ਚ ਬੋਤਲ ਮਾਰਿਆ ਆ, ਕਿਤੇ ਐਕਸੀਡੈਂਟ ਕਾਰ ਚੜਾ ਕੇ ਆ ਭੱਜਿਆ ਆ, ਤੇ ਫਿਰ ਕੀ ਸੱਚੇ ਪਾਤਸ਼ਾਹ ਮੈਥੋਂ ਐਕਸੀਡੈਂਟ ਹੋ ਗਿਆ, ਮੈਨੂੰ ਪੁਲਿਸ ਵਾਲੇ ਫੜ ਕੇ ਨਾ ਲੈ ਜਾਂ ਮੈਨੂੰ ਬਖਸ਼ੀ, ਜਾਂ ਮੈਂ ਕਿਸੇ ਦਾ ਕਤਲ ਕਰ ਲਿਆ, ਬੋਤਲ ਮਾਰੀ ਜੀ, ਸਿਰ ਪਾੜ ਗਿਆ, ਉਹਦੇ ਟਾਂਕੇ ਲੱਗੇ, ਹਸਪਤਾਲ ਜਾ ਕੇ ਮਰ ਗਿਆ, ਮੈਨੂੰ ਮਾਫ ਕਰ ਦੇ। ਜਾਂ ਅੱਜ ਮੇਰੇ ਇਨਕਮ ਟੈਕਸ ਵਾਲੇ ਮੇਰੇ ਮਗਰ ਪਏ ਨੇ, ਮੈਂ ਲੁਕਿਆ ਫਿਰਦਾ, ਮੈਨੂੰ ਬਚਾ ਦੇ ਇਨਕਮ ਟੈਕਸ ਵਾਲਿਆਂ ਤੋਂ। ਉਧਰੋਂ ਚੋਰੀ ਬਥੇਰੀ ਟੈਕਸਾਂ ਦੀ ਕੀਤੀ ਹੈ, ਉਧਰੋਂ ਅਨਐਮਪਲਾਇਮੈਂਟ ਵਾਲਿਆਂ ਦੀ ਗਵਰਨਮੈਂਟ ਦੀ ਚਿੱਠੀ ਆ ਗਈ ਵੀ ਤੈਨੂੰ ਅਸੀਂ ਅਰੈਸਟ ਕਰਨਾ ਜਾਂ ਤੈਨੂੰ ਡਿਪੋਰਟ ਕਰਨਾ, ਤੂੰ ਗਲਤ ਕੰਮ ਕੀਤੇ। ਫਿਰ ਸੱਚੇ ਪਾਤਸ਼ਾਹ ਨੂੰ ਗੁਰਦੁਆਰੇ ਮੰਦਿਰ ਜਾ ਕੇ ਮੱਥਾ ਟੇਕਦੇ ਆ, $101 ਦਾ, $202 ਦਾ ਅਰਦਾਸ ਕਰਾਂਗੇ, ਅਖੰਡ ਪਾਠ ਕਰਾਵਾਂਗੇ, ਕੀਰਤਨ ਕਰਾਵਾਂਗੇ। ਅਜਿਹੀਆਂ ਨੌਨਸੈਂਸ ਜਿਹੜੀਆਂ ਇਹ ਨੌਨਸੈਂਸ ਨੇ, ਅਜਿਹੀਆਂ ਪਰਮਾਤਮਾ ਦੀ ਦਰਗਾਹ ਵਿੱਚ ਕਦੇ ਵੀ ਕਬੂਲ ਨਹੀਂ ਹੁੰਦੀਆਂ। ਕਬੂਲ ਉਦੋਂ ਹੁੰਦੀਆਂ ਨੇ ਜਦੋਂ ਕੰਮ ਕਰਨ ਤੋਂ ਪਹਿਲਾਂ ਤੁਸੀਂ ਸੋਚੋ। ਜਦੋਂ ਇੱਕ ਵਾਰੀ ਕੰਮ ਕਰ ਲਿਆ, ਐਕਸ਼ਨ ਕਰ ਲਿਆ, ਉਹਦਾ ਜਿਹੜਾ ਰਿਜ਼ਲਟ ਆਗਾ ਉਹ ਤਾਂ ਤੁਹਾਨੂੰ ਭੁਗਤਣਾ ਹੀ ਪੈਣਾ ਹੈ। ਠੀਕ ਹੈ। ਸੋ ਇਸ ਕਰਕੇ ਜਿਹੜੀਆਂ ਪਰਮਾਤਮਾ ਨੂੰ ਪਤਾ ਵੀ ਸਾਡੀ ਕਿਹੜੀ ਅਰਦਾਸ ਮਨਜ਼ੂਰ ਹੋਣੀ ਹੈ। ਹੀ ਨੋਜ਼ ਬੈਟਰ। ਦੇਖੋ ਬੱਚਾ ਹੈ, ਬੱਚਾ ਕੀ ਹੈ, ਬੱਚੇ ਨੂੰ ਮਲੇਰੀਆ ਹੋ ਗਿਆ, ਬੁਖਾਰ ਹੈ ਬਹੁਤ ਤੇਜ਼, ਪਿੰਡਾ ਬੜਾ ਗਰਮ ਹੈ, ਤੇ ਉਹ ਕਹਿੰਦਾ ਮੈਨੂੰ ਆਈਸਕ੍ਰੀਮ ਦਿਓ, ਮੈਨੂੰ ਚਾਕਲੇਟ ਦਿਓ, ਮੈਨੂੰ ਮਿਲਕ ਸ਼ੇਕ ਦਿਓ। ਮਾਂ ਕਦੇ ਵੀ ਉਸ ਨੂੰ ਮਿਲਕ ਸ਼ੇਕ, ਚਾਕਲੇਟ, ਲੱਸੀ ਨਹੀਂ ਦਿੰਦੀ, ਕਿਉਂਕਿ ਉਹਨੂੰ ਪਤਾ ਜੇ ਇਹਨੂੰ ਠੰਡੀ ਚੀਜ਼ ਦਿੱਤੀ ਇਹਨੂੰ ਜ਼ਿਆਦਾ ਇਹਦਾ ਸਾਈਡ ਇਫੈਕਟ ਹੋਣਾ ਹੈ। ਉਹ ਕੀ ਕਰਦੀ ਆ ਵੀ ਮੈਂ ਤੈਨੂੰ ਆ ਗੋਲੀ ਦੇਉਂ, ਕਨੀਨ ਦੀ ਗੋਲੀ ਬੜੀ ਕੌੜੀ ਹੁੰਦੀ ਹੈ। ਉਹ ਮੰਨਾ ਬੱਚਾ ਕਹਿੰਦਾ ਮੈਂ ਲੈਣੀ ਨਹੀਂ, ਮਾਂ ਨੱਕ ਫੜ ਕੇ ਨਾ ਕਨੀਨ ਦੀ ਗੋਲੀ ਜ਼ਬਰਦਸਤੀ ਪਾ ਕੇ ਪਾਣੀ ਪਾ ਆਉਂਦੀ ਆ, ਆਪੀ ਅੰਦਰ ਲੰਘਾ ਆਉਂਦੀ ਹੈ। ਕਿਉਂ? ਕਿਉਂਕਿ ਮਾਂ ਦਾ ਬੱਚੇ ਨਾਲ ਪਿਆਰ ਹੈ। ਜੇ ਬੱਚੇ ਨਾਲ ਪਿਆਰ ਨਾ ਹੋਵੇ, ਜਾਂ ਮੇਰੇ ਵਰਗੇ ਕੋਲ ਹੋਵੇ, ਤੁਹਾਡੇ ਵਰਗੇ ਜਿਹਦਾ ਬੱਚੇ ਨਾਲ ਪਿਆਰ ਨਹੀਂ, ਉਹ ਕਹਿੰਦਾ ਖਾ ਲਾ ਪੁੱਤ ਆਈਸਕ੍ਰੀਮ, ਕੋਈ ਗੱਲ ਨਹੀਂ, ਚਾਪੀ 4 ਦਿਨ ਹੋਰ ਬਿਮਾਰ ਪਾ ਕੇ ਗਲਾ ਫੜੂਗਾ। ਜਿਹਦਾ ਪਿਆਰ ਹੋਊਗਾ ਉਹ ਹਮੇਸ਼ਾ ਸਾਡੇ ਫਾਇਦੇ ਦੀ ਗੱਲ ਕਰੂਗਾ। ਜੇ ਮਾਂ ਨੂੰ ਬੱਚੇ ਨਾਲ ਪਿਆਰ ਹੈ ਤੇ ਉਹ ਨਹੀਂ ਟੌਫੀ ਨਹੀਂ ਦਿੰਦੀ, ਚਾਕਲੇਟ ਨਹੀਂ ਦਿੰਦੀ, ਉਹਨੂੰ ਮਿਲਕ ਨਹੀਂ, ਕੁਝ ਠੰਡੀ ਚੀਜ਼ ਨਹੀਂ ਦਿੰਦੀ, ਉਹ ਕਨੀਨ ਦਿੰਦੀ। ਹਾਲਾਂਕਿ ਬੱਚਾ ਸੋਚਦਾ ਮਾਂ ਮੇਰੀ ਦੁਸ਼ਮਣ ਹੈ ਯਾਰ, ਮੈਂ ਤਾਂ ਕੁਝ ਮੰਗਿਆ ਸੀ, ਪਰ ਨਹੀਂ, ਮਾਂ ਦਾ ਬੱਚੇ ਨਾਲ ਪਿਆਰ ਹੈ। ਜੇ ਮਾਂ ਦਾ ਬੱਚੇ ਨਾਲ ਪਿਆਰ ਹੈ, ਸੋਚ ਕੇ ਦੇਖੋ ਪਰਮਾਤਮਾ ਨੇ ਤਾਂ ਸਾਰੀ ਦੁਨੀਆ ਨੂੰ ਪੈਦਾ ਕੀਤਾ, ਉਹਦਾ ਸਾਡੇ ਨਾਲ ਕਿੰਨਾ ਪਿਆਰ ਹੋਊਗਾ। ਜੇ ਸਾਡੇ ਬਾਪ ਦਾ, ਆਪਣੇ ਫਾਦਰ ਦਾ ਪਿਆਰ ਹੈ ਤਾਂ ਉਹ ਤਾਂ ਸਾਰਿਆਂ ਦਾ ਬਾਪ ਨੂੰ ਕਿਉਂ ਪਿਆਰ। ਤਾਂ ਦੂਜੀ ਗੱਲ ਇਹ ਹੈ ਵੀ ਪਿਆਰ ਦੇ ਨਾਲ ਨਾਲ ਉਹਨੂੰ ਨੌਲੇਜ ਵੀ ਹੈ, ਉਹਨੂੰ ਪਤਾ ਹੈ ਕਿ ਕੁਨੀਨ ਦੀ ਗੋਲੀ ਇਸ ਟਾਈਮ ਦੇਣੀ ਵਧੀਆ। ਇਸੇ ਤਰ੍ਹਾਂ ਹੀ ਪਰਮਾਤਮਾ ਕਈ ਵਾਰ ਸਾਨੂੰ ਸਜ਼ਾ ਵੀ ਦਿੰਦਾ ਥੋੜੀ ਮੋਟੀ ਸਮਝਾਉਣ ਦੇ ਲਈ। ਇਹ ਨਹੀਂ ਹੈ ਤੁਸੀਂ ਕਹੋ ਵੀ ਆਹ ਕਿਉਂ ਕਰਤਾ ਮੇਰੇ ਲਈ ਪਰਮਾਤਮਾ ਨੇ, ਮੈਂ ਤਾਂ ਕੁਛ ਆਹ ਮੰਗਿਆ ਸੀ, ਇਹਨੇ ਉਲਟ ਕਰਤਾ ਕਿ ਅਸੀਂ ਕਿਸੇ ਦਾ ਕਤਲ ਕਰਕੇ ਆ ਗਏ ਤੇ ਸਾਨੂੰ ਜੇਲ੍ਹ ਹੋ ਗਈ ਸੀ, ਕਹਿੰਦੇ ਪਰ ਅਸੀਂ ਜਗ੍ਹਾ ਸੀ ਪਰਮਾਤਮਾ ਨੂੰ ਛੁਡਾ ਦੇ ਮੈਨੂੰ। ਅਸੀਂ ਤਾਂ ਆਪਣੇ ਵਾਹਿਗੁਰੂ ਨੂੰ ਕਿਹਾ ਸੀ ਛੁਡਾ ਦੇ, ਆਪਣੇ ਸਤਿਗੁਰੂ ਨੂੰ ਕਿਹਾ ਛੁਡਾ ਦੇ। ਇਹ ਤਾਂ ਮੈਨੂੰ ਹਾਈ ਕੋਰਟ ਦਾ ਫੈਸਲਾ ਹੋ ਗਿਆ, ਸੁਪਰੀਮ ਕੋਰਟ ਦਾ ਫੈਸਲਾ ਹੋ ਗਿਆ, ਸਾਲ ਦੀ ਜੇਲ੍ਹ ਹੋਊਗੀ। ਭਾਈ ਸਾਹਿਬ ਫਿਰ ਤੁਹਾਡੇ ਫਾਇਦੇ ਲਈ ਹੋਊਗੀ। ਆਪਾਂ ਸੋਚਦੇ ਹਾਂ ਜੇਲ੍ਹ ਹੋਊਗੀ, ਲੋਕ ਕੀ ਕਹਿਣਗੇ। ਹੋ ਸਕਦਾ ਜੇਲ੍ਹ 'ਚ ਬਹਿ ਕੇ ਤੁਸੀਂ ਇੰਨੀ ਮੈਡੀਟੇਸ਼ਨ ਕਰੋ, ਇੰਨੀ ਮੈਡੀਟੇਸ਼ਨ ਕਰੋ, ਤੁਹਾਡੇ ਦੁਆਰ ਹੀ ਖੁੱਲ੍ਹ ਜਾਣ। ਹੀ ਨੋਜ਼ ਬੈਟਰ। ਸੋ ਇਸ ਕਰਕੇ ਇਹ ਖਿਆਲ ਕਰੋ ਵੀ ਕਦੇ ਵੀ ਗਲਤ ਜਿਹੜੀਆਂ ਫਜ਼ੂਲ ਦੀਆਂ ਨੇ ਨਾ, ਐਵੇਂ ਆਪਾਂ ਵਾਲੀਆਂ ਫਜ਼ੂਲ ਦੀਆਂ ਹੀ ਕਰਦੇ ਹਾਂ। ਲਾਟਰੀ ਪਾਏ $5 ਦੀ ਤੇ 4-5 ਦਿਨ ਦੱਬ ਕੇ ਨੈਣਾ ਦੇਵੀ ਦੇ, ਵੈਸ਼ਨੂ ਦੇਵੀ ਦੇ, ਗੁਰਦੁਆਰਾ ਸਾਹਿਬ 'ਚ, ਮਸਜਿਦ 'ਚ ਜੂੰ ਪਲੈਨਿੰਗ ਬਣਾਉਣਾ, ਅਸੀਂ ਆਹ ਕਰ ਦਿਆਂਗੇ, ਵਕ ਕਰ ਦਿਆਂਗੇ, ਸਾਡੀ 60 ਮਿਲੀਅਨ ਦੀ ਲਾਟਰੀ ਨਿਕਲ ਜੇ, ਵੱਡਾ ਸਾਰਾ ਮਕਾਨ ਲੈ ਲਾਂਗੇ, ਉਹ ਕਰ ਲਾਂਗੇ, ਵਾਹ ਕਰ ਲਾਂਗੇ। ਇਹ ਫਜ਼ੂਲ ਦੀਆਂ ਨੇ। ਇਹਦਾ ਤੁਸੀਂ ਵਪਾਰ ਕਰ ਰਹੇ ਹੋ ਪਰਮਾਤਮਾ ਦੇ ਨਾਲ ਕਿ ਤੈਨੂੰ ਅਸੀਂ $5 ਦਿੱਤੇ, $10 ਦਿੱਤੇ, $100 ਦੇ ਦਿਆਂਗੇ, ਚੱਲ ਤੈਨੂੰ ਇੱਕ ਹਫ਼ਤਾ ਗੁਰਦੁਆਰੇ 'ਚ ਲੰਗਰ ਲਗਾ ਲਿਆ, ਸਾਡੀ 60 ਮਿਲੀਅਨ ਦੀ। ਇਹਦਾ ਮਤਲਬ ਜਿਹੜਾ $5000 ਦੀ 60 ਮਿਲੀਅਨ ਲੈਣ ਜਾਓ, ਆਪਣੇ ਨੂੰ ਜ਼ਿਆਦਾ ਸਮਾਰਟ ਸਮਝਦੇ ਹੋ। ਇਹ ਵਪਾਰ ਹੀ ਹੋ। ਜਦੋਂ ਵੀ ਕਦੇ ਪ੍ਰੇਅਰ ਕੀਤੀ ਜਾਂਦੀ ਹੈ, ਪ੍ਰੇਅਰ ਹਮੇਸ਼ਾ ਪਿਆਰ ਨਾਲ ਕੀਤੀ ਜਾਂਦੀ, ਉਹਦੇ ਸ਼ਰਤਾਂ ਨਹੀਂ ਹੁੰਦੀਆਂ, ਵਪਾਰ ਨਹੀਂ ਹੁੰਦਾ, ਬਿਜ਼ਨਸ ਨਹੀਂ ਹੁੰਦਾ। ਸੋ ਜਿਸ ਤਰ੍ਹਾਂ ਇੱਕ ਤੁਸੀਂ ਛੋਟੀ ਜਿਹੀ ਐਗਜ਼ਾਮਪਲ ਲੈ ਲਓ, ਅਸੀਂ ਕਿਸ ਤਰ੍ਹਾਂ ਦੀਆਂ ਬੇਵਕੂਫੀਆਂ ਕਰਦੇ ਹਾਂ। ਮੈਂ ਅੱਗੇ ਵੀ ਕਈ ਵਾਰੀ ਗੱਲ ਸੁਣਾਈ ਹੈ ਕਿ ਬੱਚਾ ਐਗਜ਼ਾਮ ਦੇਣ ਗਿਆ, ਪੜ੍ਹਦਾ ਤਾਂ ਹੈ ਨਹੀਂ ਸੀ, ਆਬਜੈਕਟਿਵ ਟਾਈਪ ਦਾ ਕੁਐਸਚਨ ਆਇਆ। ਆਬਜੈਕਟਿਵ ਟਾਈਪ ਦਾ ਕੀ ਕੁਐਸਚਨ ਆਇਆ ਕਿ ਵਟ ਇਜ਼ ਦ ਕੈਪੀਟਲ ਆਫ ਕੈਨੇਡਾ। ਕੈਨੇਡਾ ਦੀ ਰਾਜਧਾਨੀ ਕਿਹੜੀ ਹੈ, ਕੈਪੀਟਲ ਕਿਹੜੀ ਹੈ? ਤੁਹਾਨੂੰ ਸਾਰਿਆਂ ਨੂੰ ਪਤਾ ਆਟਵਾ ਹੈ। ਹੁਣ ਬੱਚਾ ਪੜ੍ਹਦਾ ਨਹੀਂ ਸੀ, ਨਲਾਇਕ ਆ, ਚੁੱਪ ਕਰਕੇ ਟੋਰਾਂਟੋ ਲਿਖਿਆ ਆ।
ਜਦੋਂ ਟੋਰਾਂਟੋ ਲਿਖਿਆ ਉਹਨੂੰ ਕਿਹਾ ਵੀ ਇਹਦਾ ਨਵੇਂ ਬਾਹਰ ਆ ਕੇ ਪਤਾ ਲੱਗਿਆ ਤਾਂ ਕੰਮ ਗੜਬੜ ਹੋ ਗਈ। ਕੈਨੇਡਾ ਦੀ ਜਿਹੜੀ ਕੈਪੀਟਲ ਸੀ ਉਹਦਾ ਆਟਵਾ ਸੀਗੀ, ਲਿਖਤੀ ਮੈਂ ਟੋਰਾਂਟੋ। ਹੁਣ ਉਹ ਆ ਕੇ ਫਟਾਫਟ ਘਰੇ ਮਾਤਾ ਦੇ ਅੱਗੇ, ਬਾਬਾ ਗੁਰੂ ਨਾਨਕ ਜੀ ਦੇ ਅੱਗੇ ਹੈ ਜੀ, ਤੇ ਅੱਲਾ ਦੇ ਅੱਗੇ ਫਰਿਆਦ ਕਰੀ ਜਾਵੇ ਬੈਠ ਕੇ, ਹੇ ਸੱਚੇ ਪਾਤਸ਼ਾਹ, ਹੇ ਅੱਲਾ, ਹੇ ਵਾਹਿਗੁਰੂ। ਹੁਣ ਤੂੰ ਕੈਨੇਡਾ ਦੀ ਨਾ ਜਸਟਿਨ ਟਰੂਡੋ ਨੂੰ ਕਹਿ ਕੇ ਜਿਹੜੀ ਕੈਪੀਟਲ ਹੈ ਰਾਤੋਂ ਰਾਤ ਟੋਰਾਂਟੋ ਕਰ ਦੇ, ਟੋਰਾਂਟੋ ਕਰਦੇ। ਜਸਟਿਨ ਟਰੂਡੋ ਕਰ ਸਕਦਾ। ਉਹਦੇ ਫਾਦਰ ਨੇ ਸੁਣਿਆ ਵੀ ਇਹ ਕੀ ਪੁੱਠੀਆਂ ਜਿਹੀਆਂ ਗੱਲਾਂ ਕਰੀ ਜਾਂਦਾ। ਉਹ ਕਹਿੰਦਾ ਕੀ ਗੱਲ ਹੋ ਗਈ, ਤੂੰ ਬੜਾ ਰੋ ਰੋ ਕੇ ਕਹਿੰਦਾ ਜਸਟਿਨ ਟਰੂਡੋ ਨੂੰ ਯਾਦ ਕਰਦਾ ਹੈ ਵੀ ਉਹ ਕੈਪੀਟਲ ਕੈਨੇਡਾ ਦੀ ਤੂੰ ਟੋਰਾਂਟੋ ਬਣਾ ਦੇ। ਕੀ ਗੱਲ? ਕਹਿੰਦਾ ਪਾਪਾ ਜੀ ਅਸਲ 'ਚ ਨਾ ਐਗਜ਼ਾਮ ਆਇਆ ਸੀਗਾ, ਐਗਜ਼ਾਮ 'ਚ 3 ਸਵਾਲ ਦੇ ਇੱਕ ਸਵਾਲ ਆਇਆ ਸੀ ਕੈਪੀਟਲ ਅਮਰੀਕਾ ਕੈਨੇਡਾ ਦੀ ਕਿਹੜੀ ਹੈ। ਉਹ 'ਚ ਆਇਆ ਸੀਗਾ ਇੱਕ ਆਟਵਾ, ਇੱਕ ਟੋਰਾਂਟੋ, ਇੱਕ ਕੈਲਗਰੀ। ਮੈਂ ਟੋਰਾਂਟੋ ਭਰਿਆ ਆ। ਉਹਨੇ ਹੁਣ ਮੇਰਾ ਸਵਾਲ ਹੋ ਜਾਊਗਾ ਤੇ ਨਾ ਫਿਰ ਮੈਂ ਫੇਲ ਹੋ ਜਾਊਗਾ ਉਸ ਕੁਐਸਚਨ ਦੇ ਵਿੱਚੋਂ। ਸੋ ਮੈਂ ਰੱਬ ਕੋਲੇ ਅਰਦਾਸ ਕਰਦਾ, ਤੂੰ ਕੀ ਨਹੀਂ ਕਰ ਸਕਦਾ। ਤੂੰ ਜਸਟਿਨ ਟਰੂਡੋ ਨੂੰ ਸਮਝਾ ਵੀ ਰਾਤੋਂ ਰਾਤ ਜਿਹੜੀ ਹਾਊਸ ਆਫ ਕਾਮਨ 'ਚ ਜਿਹੜੀ ਰਾਜਧਾਨੀ ਆ ਉਹ ਚੇਂਜ ਕਰਕੇ ਟੋਰਾਂਟੋ ਕਰ ਦੇ। ਇਹੋ ਜਿਹੀਆਂ ਜਿਹੜੀਆਂ ਮੂਰਖਤਾਈ ਦੀਆਂ ਦਲੀਲਾਂ ਨੇ ਜਾਂ ਬੇਨਤੀਆਂ ਨੇ, ਰਜੋਈਆਂ ਨੇ, ਪ੍ਰੇਅਰ ਨੇ, ਇਜ਼ ਇਟ ਪੋਸੀਬਲ ਗੋਡ ਵਿਲ ਅਸੈਪਟ? ਨੋ, ਨਾਟ ਐਟ ਆਲ। ਸੋ ਇਸ ਤਰ੍ਹਾਂ ਦੀ ਅਸੀਂ ਕੰਮ ਕਰਦੇ ਹਾਂ। ਸੋ ਜਿਹੜੀਆਂ ਇਹ ਹੈ ਨਾ ਚੋਰੀ ਕਰਕੇ, ਠੱਗੀ ਕਰਕੇ, ਬੇਈਮਾਨੀਆਂ ਕਰਕੇ, ਝੂਠ ਫਰੇਬ ਕਰਕੇ, ਬੇਇੱਜ਼ਤੀ ਕਰਕੇ ਕਿਸੇ ਦੀ, ਬਾਅਦ ਦੇ ਵਿੱਚ ਅਸੀਂ ਰੱਬ ਕੋਲੋਂ ਬੇਨਤੀ ਕਰਦੇ ਹਾਂ, ਰਜੋਈ ਕਰਦੇ ਹਾਂ ਵੀ ਸਾਡੀ ਇਹ ਜਿਹੜੀ ਬੇਨਤੀ ਹੈ ਇਹ ਕਬੂਲ ਹੋ ਜੇ। ਇਹ ਕਬੂਲ ਨਹੀਂ ਹੁੰਦੀ। ਹਾਂ, ਜਿਹੜੀ ਸੱਚੇ ਦਿਲੋਂ ਪਿਆਰ ਦੇ ਨਾਲ ਪਰਮਾਤਮਾ ਦੀ ਦਰਗਾਹ ਦੇ ਵਿੱਚ ਕੋਈ ਵੀ ਸਤਿਗੁਰੂ ਦੇ ਪੂਰਨ ਸਤਿਗੁਰੂ ਦੇ ਦਰਗਾਹ ਦੇ ਵਿੱਚ ਜਦੋਂ ਤੁਸੀਂ ਬੇਨਤੀ ਕਰਦੇ ਹੋ ਨਾ, ਇਹ ਗੱਲ ਮੈਂ ਤੁਹਾਨੂੰ ਕਹਿਣਾ ਕਿ ਉਹ ਜ਼ਰੂਰ ਕਬੂਲ ਹੁੰਦੀ ਹੈ। ਕਦੋਂ ਹੁੰਦੀ ਹੈ, ਕਿੰਨਾ ਸਮਾਂ ਲੱਗਦਾ, ਕਿਵੇਂ ਕਬੂਲ ਹੁੰਦੀ ਹੈ, ਇਹ ਉਹਦੇ ਢੰਗ ਨਿਰਾਲੇ ਨੇ। ਅਜਿਹੀਆਂ ਹਜ਼ਾਰਾਂ ਲੱਖਾਂ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਐਗਜ਼ਾਮਪਲਸ ਹੋਣਗੀਆਂ। ਜਦੋਂ ਉਹਨੇ ਬੇਨਤੀ ਕੀਤੀ ਉਹਨੂੰ ਆਸ ਹੀ ਨਹੀਂ ਸੀ, ਉਮੀਦ ਹੀ ਨਹੀਂ ਸੀਗੀ, ਤੇ ਪਰਮਾਤਮਾ ਨੇ ਦੇਣ ਲੱਗੇ ਛੱਪੜ ਪਾੜ ਕੇ ਦਿੱਤਾ। ਤੇ ਇਹ ਵੀ ਸੋਚਿਆ ਨਹੀਂ ਸੀ ਵੀ ਇਸ ਤਰ੍ਹਾਂ ਮਿਲ ਜੂਗਾ। ਮੰਗਦੇ ਸੀ ਹੋਰ ਤਰੀਕੇ ਨਾਲ, ਸੀ ਦੇਦਾ ਉਹਨੇ ਕਿਸੇ ਹੋਰ ਤਰੀਕੇ ਨਾਲ। ਜਿਹੜੀ ਬੇਨਤੀ ਪ੍ਰਾਰਥਨਾ ਸੀ ਸੱਚੇ ਦਿਲੋਂ ਪਿਆਰ ਦੇ ਨਾਲ ਪਰਮਾਤਮਾ ਦੇ ਅੱਗੇ ਕਰਦੇ ਆ, ਉਹ ਜ਼ਰੂਰ ਕਬੂਲ ਹੁੰਦੀ ਹੈ। ਹਾਂਜੀ, ਦੇਖ ਲਓ, ਮੈਂ ਤੁਹਾਨੂੰ ਇਹ ਤਾਂ ਪੱਕੀ ਗੱਲ ਹੈ ਵੀ ਟਾਈਮ ਲੱਗ ਜਾਂਦਾ ਕਈ ਵਾਰੀ, ਕਿਉਂਕਿ ਸਾਨੂੰ ਪੇਸ਼ੈਂਸ ਕਰਨੀ ਚਾਹੀਦੀ ਹੈ। ਕਿਉਂਕਿ ਰੱਬ ਦੇ ਘਰ ਵਿੱਚ ਦੇਰ ਹੈ, ਅੰਧੇਰ ਨਹੀਂ। ਸਾਡੀ ਉਹਦੇ ਘਰ ਵਿੱਚ ਜਦੋਂ ਬੇਨਤੀ ਕਰਦੇ ਆ ਕਬੂਲ ਜ਼ਰੂਰ ਹੁੰਦੀ ਹੈ। ਉਹਦੇ ਦੇਣ ਦੇ ਢੰਗ ਵੀ ਅਲੱਗ ਨੇ, ਪਰ ਸਮਾਂ ਲੱਗਦਾ। ਸਾਨੂੰ ਪੇਸ਼ੈਂਸ ਕਰਨ ਦੀ ਲੋੜ ਹੈ। ਦੇਖੋ, ਉਹਨੂੰ ਪਤਾ ਵੀ ਕਦੋਂ ਕਰਨੀ ਹੈ ਮੌਜੂਦ। ਜਿਵੇਂ ਅੰਬ ਹੈ, ਅੰਬ ਦਾ ਕਦੋਂ ਲੱਗਣੇ ਨੇ, ਸੇਬ ਕਦੋਂ ਲੱਗਦੇ ਨੇ, ਕਣਕ ਕਦੋਂ ਲੱਗਦੀ ਹੈ, ਮੱਕੀ ਕਦੋਂ ਲੱਗਦੀ ਹੈ, ਝੋਨਾ ਕਦੋਂ ਲੱਗਦਾ, ਹਰੇਕ ਦਾ ਅਲੱਗ-ਅਲੱਗ ਵਕਤ ਹੈ। ਇਸੇ ਤਰ੍ਹਾਂ ਜਦੋਂ ਅਸੀਂ ਕੋਈ ਅਰਦਾਸ ਕਰਦੇ ਹਾਂ, ਉਹ ਕਦੋਂ ਕਬੂਲ ਹੋਣੀ ਹੈ, ਗੋਡ ਨੋਜ਼ ਬੈਟਰ। ਹੋਊਗੀ ਜ਼ਰੂਰ, ਪਰ ਉਹਨੂੰ ਸਮਾਂ ਲੱਗਦਾ। ਸਾਨੂੰ ਪੇਸ਼ੈਂਸ ਕਰਨ ਦੀ ਲੋੜ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਇੱਕ ਬੰਦਾ ਬਹੁਤ ਗਰੀਬ ਸੀਗਾ, ਉਹਦੇ ਲੜਕੀ ਸੀਗੀ। ਲੜਕੀ ਦੀ ਸ਼ਾਦੀ 'ਚ ਉਹਨੇ ਫਿਕਸ ਕਰਤੀ। ਪਿੰਡ ਦੇ ਵਿੱਚ, ਸ਼ਹਿਰ ਦੇ ਵਿੱਚ ਲਾਲਿਆਂ ਕੋਲੇ, ਸੇਠਾਂ ਕੋਲੇ, ਜ਼ਿਮੀਂਦਾਰਾਂ ਕੋਲੇ ਗਹਿੜੇ, ਅਮੀਰ ਸੀ, ਰਿਸ਼ਤੇਦਾਰ ਸੀ ਵੀ ਮੈਂ ਕੁੜੀ ਦੀ ਯਾਰ ਰਿਸ਼ਤਾ ਵਿਆਹੁਣੀ ਦੱਸੀ, ਕੁੜੀ ਵਿਆਹੁਣੀ ਹੋਈ ਹੈ, ਮੇਰੇ ਕੋਲ ਪੈਸਾ ਟਕਾ ਹੈ ਨਹੀਂ, ਤੁਸੀਂ ਮੈਨੂੰ ਵਿਆਜ ਦੇ ਦਿਓ, ਗਹਿਣੇ ਧਰਦਾ ਨਾ ਮੈਂ ਘਰ, ਤੇ ਤੁਸੀਂ ਮੈਨੂੰ ਪੈਸਾ ਦੇ ਦਿਓ। ਕਿਸੇ ਨੇ ਉਹਦੀ ਮਦਦ ਨਹੀਂ ਕੀਤੀ। ਉਹ ਵਿਚਾਰਾ ਉਦਾਸ ਹੋ ਕੇ ਘਰੇ ਬੈਠਾ ਰਿਹਾ। ਉਹਦੀ ਜਨਾਨੀ ਨੇ ਕਿਹਾ ਵੀ ਦੇਖੋ, ਆਪਣਾ ਅਗਲੇ ਹਫਤੇ ਬਰਾਤ ਆਉਣੀ ਹੈ, ਤੁਸੀਂ ਹੱਥ ਤੇ ਹੱਥ ਧਰੀ ਬੈਠੇ ਹੋ, ਜਦੋਂ ਬਰਾਤ ਆਊਗੀ ਰੋਟੀ ਵੀ ਤਾਂ ਉਹਨਾਂ ਨੂੰ ਖਵਾਉਣੀ ਹੈ, ਤਾਂ ਆਪਾਂ ਕੋਈ ਇੰਤਜ਼ਾਮ ਤਾਂ ਕਰੋ। ਉਹ ਕਹਿੰਦਾ, ਉਹਦੀਆਂ ਅੱਖਾਂ 'ਚ ਆ ਗਏ ਹੰਝੂ। ਕਹਿੰਦਾ, ਭਾਗਵਾਨ ਤੂੰ ਦੱਸ ਮੈਂ ਕੀ ਕਰਾਂ, ਮੈਂ ਤਾਂ ਸਾਰੇ ਥਾਂ ਤੇ ਧੱਕੇ ਖਾ ਆ, ਕਿਹਾ ਵੀ ਮੇਰੇ ਘਰ ਗਿਰਵੀ ਰੱਖ ਲਓ, ਕੋਈ ਪੈਸਾ ਦੇਣ ਨੂੰ ਤਿਆਰ ਹੀ ਨਹੀਂ। ਆਪਾਂ ਹੁਣ ਮੈਂ ਕੀ ਕਰਾਂ, ਹਰ ਕੋਈ ਨਹੀਂ। ਕਹਿੰਦੀ ਪਰ ਆਪਾਂ ਕੁੜੀ ਦਾ ਵਿਆਹ ਕਰਨਾ ਹੈ, ਹੱਥ ਤੇ ਹੱਥ ਧਰ ਕੇ ਚੁੱਪ ਕਰਕੇ ਬੈਠ ਕੇ ਤਾਂ ਕੁਝ ਨਹੀਂ ਬਣਨਾ। ਉਹ ਕਹਿੰਦਾ, ਤੂੰ ਦੱਸ ਦੇ ਮੈਂ ਹੁਣ ਕੀ ਕਰਾਂ। ਉਹ ਕਹਿੰਦੀ, ਇੰਜ ਕਰੋ, ਮੈਂ ਸੁਣਿਆ ਵੀ ਜਿਹੜਾ ਦਿੱਲੀ ਦੇ ਵਿੱਚ ਇੱਕ ਹਜ਼ਰਤ ਨਿਜ਼ਾਮੁਦੀਨ ਹੈ, ਬੜੇ ਪਹੁੰਚੇ ਹੋਏ ਫਕੀਰ ਨੇ, ਕਾਮਲ ਮੁਰਸ਼ਦ ਨੇ। ਸੁਣਿਆ ਉਹਨਾਂ ਦੇ ਦਰਬਾਰ ਵਿੱਚ ਜਾ ਕੇ ਜੋ ਕੋਈ ਬੰਦਾ ਫਰਿਆਦ ਕਰਦਾ, ਆਪਣਾ ਦੁੱਖ ਤਕਲੀਫ ਦੱਸਦਾ ਹੈ, ਉਹਦੀ ਜਿਹੜੀ ਹੈ ਬੇਨਤੀ ਕਬੂਲ ਜ਼ਰੂਰ ਪੂਰੀ ਹੁੰਦੀ ਹੈ। ਕਿਉਂ ਨਾ ਤੁਸੀਂ ਦਿੱਲੀ ਜਾ ਕੇ ਨਿਜ਼ਾਮੁਦੀਨ ਔਲੀਆ ਉਹਨਾਂ ਦੀ ਦਰਗਾਹ ਵਿੱਚ ਜਾ ਕੇ ਉਹਨਾਂ ਕੋਲੇ ਬੇਨਤੀ ਕਰੋ। ਉਹ ਕਹਿੰਦਾ, ਭਾਗਵਾਨ ਨੇ ਮੈਂ ਵੀ ਕਰਕੇ ਦੇਖ ਲੈਣਾ। ਉਹ ਚੱਲ ਪਏ, ਦਿੱਲੀ ਪਹੁੰਚ ਗਏ। ਜਿਹੜੇ ਹਜ਼ਰਤ ਨਿਜ਼ਾਮੁਦੀਨ ਔਲੀਆ ਸੀਗੇ ਉਹ ਦਰਬਾਰ 'ਚ ਬੈਠੇ ਸੀ। ਜਦੋਂ ਪਹੁੰਚੇ ਜਾ ਕੇ ਉਹਨਾਂ ਦੇ ਪੈਰਾਂ 'ਚ ਸਿਰ ਰੱਖਤਾ, ਰੋਣ ਲੱਗੇ। ਉਹਨਾਂ ਨੇ ਪੁੱਛਿਆ ਹਜ਼ਰਤ ਨਿਜ਼ਾਮੁਦੀਨ ਨੇ ਵੀ ਭਾਈ ਸਾਹਿਬ ਤੁਸੀਂ ਰੋਣੇ ਕਿਉਂ, ਕੀ ਗੱਲ ਕੀ ਹੈ, ਗੱਲ ਤਾਂ ਦੱਸੋ। ਉਹ ਕਹਿੰਦਾ, ਹੱਥ ਜੋੜ ਕੇ ਕਹਿੰਦਾ ਮਹਾਰਾਜ ਗੱਲ ਇਹ ਹੈ, ਮੇਰੀ ਕੁੜੀ ਦੀ ਅਗਲੇ ਹਫ਼ਤੇ ਸ਼ਾਦੀ ਹੈ, ਘਰ 'ਚ ਆਪਣੇ ਰੋਟੀ ਖਾਣ ਨੂੰ ਨਹੀਂ, ਬਰਾਤ ਨੂੰ ਅਸੀਂ ਕਿੱਥੋਂ ਇੰਤਜ਼ਾਮ ਕਰੀਏ। ਮੈਂ ਬਹੁਤ ਹੱਥ ਪੈਰ ਮਾਰ ਕੇ ਦੇਖ ਲਏ, ਲੋਕਾਂ ਤੋਂ ਪੁੱਛ ਲਿਆ ਪੈਸੇ, ਰਿਸ਼ਤੇਦਾਰਾਂ ਨੂੰ, ਕੋਈ ਪੈਸਾ ਟਕਾ ਸਾਨੂੰ ਉਧਾਰਾ ਦੇ ਕਿਸੇ ਨੇ ਨਹੀਂ ਦਿੱਤਾ। ਮੈਂ ਹੁਣ ਕੀ ਕਰਾਂ।
ਜੇ ਕੁੜੀ ਦੀ ਬਰਾਤ ਮੁੜ ਗਈ ਉਹ ਵੀ ਬੇਇੱਜ਼ਤੀ ਹੈ, ਤੇ ਨਾਲੇ ਕੁੜੀ ਦੇ ਹੱਥ ਤੱਕ ਬਾਪ ਦਾ ਤੇ ਮਾਂ ਦਾ ਫਰਜ਼ ਬਣਦਾ ਕਿ ਉਹਦੇ ਹੱਥ ਪੀਲੇ ਕਰਕੇ ਉਹਨੂੰ ਸਹੁਰੇ ਘਰ ਤੋਰੇ। ਮੈਂ ਬੜੀ ਆਸ ਦੇ ਨਾਲ, ਬੜੀ ਸ਼ਰਧਾ ਦੇ ਨਾਲ, ਬੜਾ ਦੁਖੀ ਹੋ ਕੇ ਤੁਹਾਡੇ ਚਰਨਾਂ 'ਚ ਆਇਆ, ਤੇ ਤੁਹਾਥੋਂ ਬਿਨਾਂ ਹੁਣ ਮੇਰਾ ਕੋਈ ਨਹੀਂ, ਤੁਸੀਂ ਕੋਈ ਐਸਾ ਹੀਲਾ ਕਰੋ ਤਾਂ ਕਿ ਮੇਰੀ ਬੇਟੀ ਦੀ ਸ਼ਾਦੀ ਹੋ ਸਕੇ। ਉਹ ਕਹਿੰਦੇ ਭਾਈ ਸਾਹਿਬ ਦੇਖੋ, ਮੇਰੇ ਕੋਲ ਜੇ ਕੁਝ ਹੁੰਦਾ ਤਾਂ ਮੈਂ ਤੁਹਾਨੂੰ ਦੇ ਦਿੰਦਾ, ਫਕੀਰਾਂ ਕੋਲ ਕੀ ਹੁੰਦਾ, ਜੇ ਤਾਂ ਅੱਜ ਕੱਲ੍ਹ ਦੇ ਸੰਤ ਹੁੰਦੇ ਉਹਨਾਂ ਕੋਲ ਤਾਂ 6-6 ਹਜ਼ਾਰ ਕਰੋੜਾਂ ਦੇ ਸਿੰਗਾਪੁਰ ਤੇ ਹੋਰਾਂ ਥਾਵਾਂ ਤੇ ਪੈਸੇ ਪਏ ਨੇ। ਇਹ ਤਾਂ ਹੁਣ ਜਿਹੜੇ ਅਸਲੀ ਕਾਮਲ ਮੁਰਸ਼ਿਦ ਹੁੰਦੇ ਨੇ ਉਹਨਾਂ ਕੋਲ ਤਾਂ ਹੁੰਦੇ, ਕਹਿੰਦੇ ਮੇਰੇ ਕੋਲ ਤਾਂ ਕੁਝ ਨਹੀਂ, ਪਰ ਮੈਂ ਇੰਜ ਕਰਦਾ, ਤੁਸੀਂ ਆਏ ਹੋ ਬੜੇ ਮੇਰੇ ਕੋਲੇ ਸ਼ਰਧਾ ਦੇ ਨਾਲ, ਵਿਸ਼ਵਾਸ ਦੇ ਨਾਲ, ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਅੱਜ ਸਵੇਰ ਤੋਂ ਲੈ ਕੇ ਰਾਤ ਤੱਕ ਕੋਈ ਵੀ ਬੰਦਾ ਆ ਕੇ ਮੈਨੂੰ ਜਿਹੜਾ ਮੱਥਾ ਟੇਕੂਗਾ, ਜਿੰਨਾ ਵੀ ਚੜਾਵਾ ਚੜੂਗਾ, ਉਹ ਸਾਰੇ ਦਾ ਸਾਰਾ ਤਾਰਾ, ਉਹ ਸਾਰੇ ਦਾ ਸਾਰਾ ਤੁਹਾਡਾ। ਕਹਿੰਦੇ ਠੀਕ ਹੈ ਜੀ। ਉਹ ਬੈਠ ਗਿਆ, ਉਹ ਰਾਤ ਤੱਕ ਬੈਠਾ ਰਿਹਾ, ਇੱਕ ਵੀ ਬੰਦਾ ਨਿਜ਼ਾਮੁਦੀਨ ਦੇ ਦਰਬਾਰ ਦੇ ਵਿੱਚ ਨਹੀਂ ਆਇਆ। ਬੜਾ ਦੁਖੀ ਹੋਇਆ ਤੇ ਉਹ ਝਾਕਿਆ ਹਜ਼ਰਤ ਨਿਜ਼ਾਮੁਦੀਨ ਦੀਆਂ ਅੱਖਾਂ 'ਚ, ਤੇ ਨਿਜ਼ਾਮੁਦੀਨ ਕਹਿੰਦੇ ਭਾਈ ਸਾਹਿਬ ਦੇਖੋ, ਅੱਜ ਤਾਂ ਕੋਈ ਆਇਆ ਨਹੀਂ, ਹੌਸਲਾ ਨਾ ਛੱਡੋ, ਕੋਈ ਨਹੀਂ, ਕੱਲ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਜੇ ਕੱਲ ਨੂੰ ਵੀ ਕੋਈ ਆ ਗਿਆ ਨਾ ਉਹ ਵੀ ਤੁਹਾਨੂੰ ਮੈਂ ਦੇ ਦੂੰਗਾ। ਹਾਲੇ ਉਹ 5-6 ਦਿਨ ਤਾਂ ਪਏ ਸੀ ਵਿਆਹ 'ਚ, ਤੁਸੀਂ ਆਰਾਮ ਨਾਲ ਸੌਵੋ। ਉਹ ਵਿਸ਼ਵਾਸ ਨਾਲ ਫੇਰ ਸੌਂ ਗਿਆ। ਦੂਜਾ ਦਿਨ ਹੋਇਆ, ਸਵੇਰੇ 12-1 ਵੱਜ ਗਿਆ, ਕੋਈ ਵੀ ਨਹੀਂ ਆਇਆ। ਉਹਦਾ ਦਿਲ ਟੁੱਟ ਗਿਆ ਗਰੀਬ ਬੰਦੇ ਦਾ। ਉਹ ਕਹਿੰਦਾ ਵੀ ਇੱਥੇ ਕੁਛ ਨਹੀਂ, ਕਹਿੰਦਾ ਮਹਾਰਾਜ ਮੈਨੂੰ ਤੇ ਉਹ ਆ ਗਿਆ, ਕੁੜੀ ਦੇ 4-5 ਦਿਨ ਰਹਿੰਦੇ ਨੇ, ਮੈਂ ਤਾਂ ਚੱਲਿਆ, ਕੱਲ ਦਾ ਵੀ ਦਿਨ ਖਰਾਬ ਕੀਤਾ, ਅੱਜ ਵੀ ਅੱਧਾ ਦਿਨ ਖਰਾਬ ਹੋ ਗਿਆ, ਤੇ ਮੈਂ ਹੁਣ ਚੱਲਦਾ, ਮੈਂ ਕੋਈ ਆਪ ਹੀ ਦੇਖੂੰਗਾ, ਕਿਉਂਕਿ ਦਿਲ ਟੁੱਟ ਗਿਆ ਵੀ ਇਹ ਕੁਛ ਨਹੀਂ ਕਰ ਸਕਦੇ। ਤੇ ਨਿਜ਼ਾਮੁਦੀਨ, ਹਜ਼ਰਤ ਨਿਜ਼ਾਮੁਦੀਨ ਔਲੀਆ ਕਹਿੰਦੇ ਗੱਲ ਸੁਣ, ਫਕਰਾਂ ਦੇ ਫਕੀਰਾਂ ਦੇ ਦਰਬਾਰ ਜਾ ਕੇ ਖਾਲੀ ਦਾ ਨਹੀਂ ਜੋੜ ਸਕਦਾ, ਮੇਰੇ ਕੋਲੇ ਜੋ ਕੁਛ ਵੀ ਹੈ ਇਸ ਵੇਲੇ ਉਹ ਤੈਨੂੰ ਮੈਂ ਦੇ ਸਕਦਾ। ਇਸ ਵੇਲੇ ਤਾਂ ਮੇਰੇ ਪੈਰ 'ਚ ਜੁੱਤੀ ਹੈ, ਕਿਉਂਕਿ ਉਹ ਨੰਗੇ ਪੈਰ ਸੀ, ਤੂੰ ਮੇਰੀ ਜੁੱਤੀ ਲਿਜਾ ਸਕਦਾ। ਤੇ ਉਹਨੇ ਸੋਚਿਆ ਗਰੀਬ ਆਦਮੀ ਨੇ ਵੀ ਚਲੋ ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਜੁੱਤੀ ਦਿੰਦਾ, ਚਲੋ ਜੁੱਤੀ ਪਾ ਕੇ ਚੱਲਦੇ ਆ, ਪਹਿਲਾਂ ਨੰਗੇ ਪੈਰ ਆਏ ਆ। ਉਹ ਜੁੱਤੀ ਪਾ ਕੇ ਨਿਜ਼ਾਮੁਦੀਨ ਦੀ ਤੁਰ ਪਿਆ ਅੱਗੇ। ਸੁਣਨ ਵਾਲੀ ਇਹ ਗੱਲ, ਨਿਜ਼ਾਮੁਦੀਨ ਔਲੀਆ ਦੀ ਜਿਹੜੇ ਕਾਮਲ ਮੁਰਸ਼ਿਦ ਸੀ, ਉਹਨਾਂ ਦੀ ਜਿਹੜੀ ਪੁਰਾਣੀ ਜੁੱਤੀ ਸੀਗੀ ਉਹ ਉਹਨੇ ਆਪਣੇ ਪੈਰਾਂ 'ਚ ਪਾ ਕੇ ਤੁਰ ਪਿਆ ਆਪਣੇ ਘਰ ਨੂੰ। ਤੇ ਜੋ ਤੁਰਿਆ ਜਾ ਰਿਹਾ, ਸਾਹਮਣੇ ਇੱਕ ਕਾਫਲਾ ਜਿਹੜਾ ਸੀ ਅਮੀਰ ਖੁਸਰੋ ਦਾ, ਹਜ਼ਰਤ ਅਮੀਰ ਖੁਸਰੋ, ਤੁਹਾਨੂੰ ਪਤਾ ਵੀ ਹਿਸਟਰੀ ਦੇ ਵਿੱਚ ਆਉਂਦਾ, ਬਹੁਤ ਵੱਡਾ ਅਮੀਰ ਸੀਗਾ, ਔਰ ਨਿਜ਼ਾਮੁਦੀਨ ਔਲੀਆ ਦਾ ਚੇਲਾ ਸੀਗਾ, ਮੁਰੀਦ ਸੀਗਾ ਉਹਦਾ। ਸੋ ਉਹ ਆਪਣਾ ਊਠਾਂ ਦੇ ਨਾਲ, ਕਿਉਂਕਿ ਵਪਾਰੀ ਸੀਗਾ, ਇੱਕ ਦੇਸ਼ 'ਚੋਂ ਸਮਾਨ ਲਿਆਉਣਾ, ਇੰਡੀਆ 'ਚ ਆ ਕੇ ਵੇਚਦਾ ਹੁੰਦਾ ਸੀਗਾ, ਤੇ ਇੰਡੀਆ 'ਚੋਂ ਸਮਾਨ ਖਰੀਦ ਕੇ ਦੂਜੇ ਪਾਸੇ ਦਾ ਬੜਾ ਤਗੜਾ ਅਮੀਰ ਸੀਗਾ। ਉਹਦੇ ਬਹੁਤ ਸਾਰੇ ਊਠ ਸੀਗੇ, ਉਹਦੇ ਉੱਤੇ ਵਪਾਰ ਕਰਕੇ ਆਇਆ ਸੀ, ਊਠਾਂ ਤੇ ਨਫਾ ਲੈ ਕੇ ਪੈਸੇ ਕਮਾ ਕੇ, ਸੋਨਾ ਚਾਂਦੀ ਜੋ ਵੀ ਕੁਛ ਸੀ ਉਹ ਲੈ ਕੇ ਆ ਰਿਹਾ ਸੀ ਪੈਸੇ ਕਮਾ ਕੇ। ਤੇ ਉਹਨੇ ਸੋਚਿਆ ਵੀ ਮੈਂ ਜਾਂਦਾ ਹੋਇਆ ਦਿੱਲੀ ਦਰਬਾਰ 'ਚ ਆਪਣੇ ਜਿਹੜਾ ਕਾਮਲ ਮੁਰਸ਼ਿਦ ਹੈ ਨਿਜ਼ਾਮੁਦੀਨ, ਤੇ ਉਹਦੇ ਦਰਸ਼ਨ ਕਰਕੇ ਜਾਊਂਗਾ। ਤੇ ਉਹ ਪਾਲਕੀ ਦੇ ਵਿੱਚ ਬੈਠਾ ਸੀ, ਪਾਲਕੀ ਐਂ ਕਹਿ ਲਓ ਮੰਜੇ ਦੇ ਉੱਤੇ ਵਧੀਆ ਸਜਾਇਆ ਹੁੰਦਾ, ਤੇ ਥੱਲੇ ਜਿਹੜੇ ਚੰਗੇ ਪਹਿਲਵਾਨ ਹੁੰਦੇ ਨੇ ਉਹਨਾਂ ਚਾਰੇ ਪਾਵਿਆਂ ਤੋਂ ਫੜੇ ਹੁੰਦੇ ਨੇ, ਤੇ ਬਾਕੀ ਲੋਕ ਉਹਦੇ ਪਿੱਛੇ ਪਿੱਛੇ ਤੁਰੇ ਆਉਂਦੇ ਨੇ, ਘੋੜੇ ਤੁਰੇ ਆਉਂਦੇ ਨੇ। ਤੇ ਜਦੋਂ ਉਹ ਤੁਰਿਆ ਜਾ ਰਿਹਾ ਸੀ, ਉਧਰੋਂ ਬੰਦਾ ਆ ਰਿਹਾ ਸੀਗਾ, ਤੇ ਉਹਨੇ ਕਿਹਾ ਆਪਣੇ ਚੇਲਿਆਂ ਨੂੰ, ਸੇਵਕਾਂ ਨੂੰ ਕਿ ਪਾਲਕੀ ਰੋਕੋ। ਪਾਲਕੀ ਨੂੰ ਉਤਾਰਤਾ ਥੱਲੇ, ਉਤਰ ਕੇ ਕਹਿੰਦਾ ਮੈਨੂੰ ਤਾਂ ਆਪਣੇ ਮੁਰਸ਼ਿਦ ਦੀ ਕਿਤੋਂ ਮਹਿਕ ਆ ਰਹੀ ਹੈ। ਉਹ ਕਹਿੰਦੇ ਮਹਾਰਾਜ, ਦੂਜੇ ਕਹਿੰਦੇ ਮੈਂ ਕਿੱਥੋਂ, ਇੱਥੇ ਰੇਗਿਸਤਾਨ ਹੈ, ਰੇਤਾ ਹੀ ਰੇਤਾ, ਗਰਮੀ ਹੈ, ਮੈਂ ਕਿੱਥੋਂ? ਕਹਿੰਦਾ ਨਹੀਂ, ਤੁਹਾਡੇ ਕੋਲੇ ਉਹ ਨੱਕ ਨਹੀਂ, ਮੈਨੂੰ ਮਹਿਕ ਆ ਰਹੀ ਹੈ। ਹੁਣ ਜੇ ਤੁਸੀਂ ਪੁੱਛੋਗੇ ਮੈਂ ਕਿਵੇਂ, ਦੇਖੋ ਜਿਹੜੇ ਗੁਲਾਬ ਦੇ ਫੁੱਲ ਹੁੰਦੇ ਨੇ, ਤਿਤਲੀਆਂ ਆਪਣੀਆਂ ਕਲੀਆਂ ਹੁੰਦੀਆਂ ਨੇ, ਉਹਨਾਂ ਦੀ ਜਿਹੜੀ ਮਹਿਕ ਹੁੰਦੀ ਹੈ, ਤਿਤਲੀਆਂ ਨੂੰ ਕੋਈ ਚਿੱਠੀਆਂ ਪਾਉਂਦੀਆਂ ਨੇ ਵੀ ਆ ਜਾਓ ਮੇਰੀ ਮਹਿਕ ਇੱਧਰ, ਉਹ ਮਹਿਕ ਤਿਤਲੀਆਂ ਸੁੰਘਦੀਆਂ ਆਟੋਮੈਟਿਕਲੀ ਆਕਰਸ਼ਿਤ ਹੁੰਦੀਆਂ ਨੇ। ਸੋ ਇਸ ਕਰਕੇ ਕੋਈ ਖਾਸ ਗੱਲ ਹੁੰਦੀ ਹੈ, ਕਿਉਂਕਿ ਜਦੋਂ ਉਹਨਾਂ ਨੇ ਦੇਖਿਆ ਅਮੀਰ ਖੁਸਰੋ ਨੇ ਕਿ ਮੈਨੂੰ ਮਹਿਕ ਆ ਰਹੀ ਹੈ, ਤੇ ਲੋਕ ਸਾਰੇ ਉਹਦੇ ਸੇਵਕ ਹੈਰਾਨ ਸੀਗੇ। ਉਹ ਮਹਿਕ ਕਹਿੰਦਾ ਯਾਰ ਮੈਨੂੰ ਤਾਂ ਬਹੁਤ ਵੱਧ ਹੀ ਆ ਰਹੀ ਹੈ, ਕਿਉਂਕਿ ਉਹ ਆਦਮੀ ਇੱਧਰੋਂ ਤੁਰਿਆ ਆ ਰਿਹਾ ਸੀਗਾ। ਤੇ ਉਹ ਕਹਿੰਦੇ ਅੱਛਾ, ਉਹ ਦੇਖਣ ਲੱਗੇ ਕੋਈ ਨਹੀਂ, ਐਨੇ ਨੂੰ ਉਹ ਜਿਹੜਾ ਗਰੀਬ ਆਦਮੀ ਸੀ ਉਹਦੇ ਕੋਲੋਂ ਦੀ ਨਿਕਲ ਗਿਆ। ਜਦੋਂ ਕੋਲੋਂ ਦੀ ਨਿਕਲ ਗਿਆ, ਉਹਨੇ ਆਪਣਾ ਸਿਰ ਘੁਮਾਇਆ, ਕਹਿੰਦਾ ਇਹ ਹੁਣ ਤਾਂ ਇੱਥੇ ਸੀ ਮਹਿਕ, ਹੁਣ ਇਹ ਇੱਧਰੋਂ ਆਉਣ ਲੱਗੀ, ਇਹਦਾ ਮਤਲਬ ਬੰਦੇ ਕੋਲੋਂ ਸੀ। ਕਹਿੰਦਾ ਹੁਣ ਬੰਦੇ ਨੂੰ ਬੁਲਾਓ। ਉਹ ਬੰਦੇ ਨੂੰ ਬੁਲਾ ਲਿਆ, ਬੁਲਾ ਕੇ ਕਹਿੰਦਾ ਭਾਈ ਸਾਹਿਬ ਤੂੰ ਕਿੱਥੋਂ ਆਇਆ, ਦੱਸ ਸੱਚੋ ਸੱਚ। ਉਹਨੇ ਦੇਖਿਆ ਵੀ ਇਹਦਾ ਅਮੀਰ ਬੰਦਾ, ਇਹਦੇ ਵਧੀਆ ਕੱਪੜੇ ਪਾਏ ਨੇ। ਕਹਿੰਦਾ ਜੀ ਮੈਂ ਦਿੱਲੀ ਗਿਆ ਸੀਗਾ ਹਜ਼ਰਤ ਨਿਜ਼ਾਮੁਦੀਨ ਔਲੀਆ ਦੀ ਦਰਗਾਹ ਤੇ। ਕਹਿੰਦਾ ਅੱਛਾ, ਤੂੰ ਉੱਥੇ ਜਾ ਕੇ ਆਇਆ? ਕਹਿੰਦੇ ਹਾਂ। ਕਹਿੰਦੇ ਫਿਰ ਤੂੰ ਸੱਚੋ ਸੱਚ ਦੱਸ, ਤੈਨੂੰ ਕੋਈ ਚੀਜ਼, ਤੇਰੇ ਕੋਲ ਕੋਈ ਚੀਜ਼ ਹੈ ਉਹਨਾਂ ਦੀ?
ਜਿਹਦੀ ਮੈਨੂੰ ਮਹਿਕ ਆ ਰਹੀ ਹੈ। ਸੱਚੋ ਸੱਚ ਝੂਠ ਨਾ ਬੋਲੀ। ਕਹਿੰਦਾ ਹਾਂਜੀ ਮੈਂ ਕੀ ਆ ਜੁੱਤੀਆਂ ਸੀ ਉਹਨਾਂ ਦੀਆਂ ਪਾਈਆਂ ਵੀਆਂ ਆ ਉਹਨਾਂ ਨੇ ਮੈਨੂੰ ਦਿੱਤੀਆਂ, ਹੋਰ ਤਾਂ ਉਹਨਾਂ ਕੋਲ ਕੱਖ ਹੈ ਨਹੀਂ ਸੀ, ਮੇਰਾ 1.5 ਦਿਨ ਖਰਾਬ ਕਰਤਾ, ਆ ਜੁੱਤੀਆਂ ਦਿੱਤੀਆਂ ਬਸ। ਉਹ ਕਹਿੰਦਾ ਅੱਛਾ, ਕਹਿੰਦਾ ਜੁੱਤੀਆਂ ਕਿੰਨੂੰ ਧਿਆਨ ਮਾਰਿਆ, ਕਹਿੰਦਾ ਹਾਂ ਜੁੱਤੀਆਂ 'ਚੋਂ ਮਹਿਕ ਆ ਰਹੀ ਹੈ। ਕਹਿੰਦਾ ਭਾਈ ਸਾਹਿਬ ਤੁਸੀਂ ਜੁੱਤੀ ਵੇਚਣੀ ਹੈ? ਉਹ ਕਹਿੰਦਾ ਹਾਂਜੀ ਵੇਚ ਦਿਆਂਗੇ। ਹੱਲ ਹੁੰਦਾ ਵੀ ਚੱਲ ਜੁੱਤੀ ਦਾ ਕੀ ਹੈ, ਮੈਂ ਤਾਂ ਪਹਿਲਾਂ ਵੀ ਨੰਗੇ ਪੈਰੀ ਤੁਰ ਕੇ ਆਇਆ, 2-4 ਪੈਸੇ ਵੱਟੇ ਜਾਂਗੇ ਤਾਂ ਕੀ ਹੈ। ਉਹ ਕਹਿੰਦਾ ਕਿੰਨੇ ਦੀ ਦੇਣੀ ਹੈ, 10 ਦਾ ਮੁੱਲ ਕੀ ਦੇਣਾ ਤੈਨੂੰ। ਉਹਨੇ ਸੋਚਿਆ ਵੀ ਜੇ ਮੈਂ ਮੁੱਲ ਦੱਸਤਾ ਵੀ ਮੈਨੂੰ 2 ਰੁਪਏ ਦੇ ਦਿਓ, 4 ਰੁਪਏ ਦੇ ਦਿਓ, ਰੁਪਈਆ ਦੇ ਦਿਓ, ਇਹ ਅਮੀਰ ਬੰਦੇ ਕਹਿੰਦਾ ਮੈਂ ਕੀ ਕਰਨਾ ਤੇਰੀ ਪੁਰਾਣੀ ਜੁੱਤੀ, ਫਿਰ ਇਹਨੇ ਦੇਣਾ ਵੀ ਕੱਖ ਨਹੀਂ। ਉਹਨੇ ਛੱਡਤੀ ਉਹਦੇ ਉੱਤੇ ਗੱਲ। ਕਹਿੰਦਾ ਮਹਾਰਾਜ ਤੁਸੀਂ ਵੀ ਮੁੱਲ ਪਾ ਦਿਓ, ਜੋ ਤੁਸੀਂ ਚੰਗਾ ਸਮਝਦੇ ਹੋ ਉਹਨੇ ਮੈਨੂੰ ਪੈਸੇ ਦੇ ਦਿਓ, ਮੈਂ ਨਹੀਂ ਕੁਝ ਦੱਸਣਾ, ਜੋ ਵੀ ਤੁਹਾਨੂੰ ਠੀਕ ਲੱਗਦਾ ਉਹ ਦੇ ਦਿਓ। ਉਹ ਕਹਿੰਦਾ ਅੱਛਾ ਹੁਣ ਜੇ ਤੂੰ ਮੈਨੂੰ ਹੀ ਕਹਿੰਦਾ ਕੀਮਤ ਪਾ ਦਿਓ, ਜੇ ਤੂੰ ਕਹਿੰਦਾ ਮੈਂ ਤੈਨੂੰ ਉਹ ਦੇਦਾ ਨਹੀਂ ਸੀ, ਹੁਣ ਕਿਉਂਕਿ ਤੂੰ ਮੈਨੂੰ ਕੀ ਹੈ? ਕਹਿੰਦਾ ਮੈਂ, ਕਹਿੰਦਾ ਲੈ ਜੁੱਤੀ ਦੇ ਪਹਿਲਾਂ ਮੈਨੂੰ। ਉਹਨੇ ਜੁੱਤੀ ਲਾ ਕੇ ਦੇਤੀ। ਉਹਨੇ ਜੁੱਤੀ ਨੂੰ ਚੁੰਮਿਆ, ਆਪਣੀ ਦਾੜੀ ਨਾਲ ਜਿਹੜੀ ਸੀਗੀ ਆਪਣੇ ਅਮੀਰ ਖੁਸਰੋ, ਉਹਨੇ ਦਾੜੀ ਨਾਲ ਸਾਫ਼ ਕੀਤੀ, ਅੱਖਾਂ 'ਚੋਂ ਪਾਣੀ ਆ ਗਿਆ ਤੇ ਆਪਣੇ ਬੰਦੇ ਨੂੰ ਕਹਿੰਦਾ ਜਿੰਨੇ ਵੀ ਘੋੜੇ ਨੇ ਸਭ ਦੀਆਂ ਰੱਸੀਆਂ ਨੂੰ ਫੜਾ ਦਿਓ। ਕਹਿੰਦਾ ਦੇਖ ਭਾਈ ਤੂੰ ਕਿਉਂਕਿ ਕਿਹਾ ਕਿ ਮੁੱਲ ਤੁਸੀਂ ਪਾਓ, ਮੈਂ ਮੁੱਲ ਪਾਉਣਾ ਸੀ, ਇਸ ਕਰਕੇ ਜੋ ਕੁਛ ਇਸ ਵੇਲੇ ਮੇਰੇ ਕੋਲ ਹੈ ਮੈਂ ਤੈਨੂੰ ਦੇਤਾ। ਜੇ ਮੈਂ ਘਰੇ ਹੁੰਦਾ ਤਾਂ ਤੈਨੂੰ ਮੈਂ ਉਹ ਵੀ ਦੇ ਦੇਣਾ ਸੀ, ਇਹਦੇ ਲਈ ਮੇਰੇ ਕੋਲ ਇਹਦਾ ਮੁੱਲ ਦੀ ਕੋਈ ਕੀਮਤ ਨਹੀਂ। ਉਹ ਦੇਖੋ ਲੈ ਕੇ ਚਲਿਆ ਗਿਆ। ਉਹ ਜਿਹੜਾ ਬੰਦਾ ਸੋਚਦਾ ਇਹ ਟੁੱਟੀ ਜੀ ਜੁੱਤੀ ਹੈ ਜਾਂ 1.5 ਦਿਨ ਇੰਪੋਰਟੈਂਸ ਟਾਈਮ ਦੀ ਵੀ ਹੈ, ਜੇ ਉਹ ਪਹਿਲੇ ਦਿਨ ਮੁੜ ਜਾਂਦਾ ਤੇ ਉਹਦੀ ਮੁਲਾਕਾਤ ਨਹੀਂ ਹੋਣੀ ਸੀ। ਤੇ 1.5 ਦਿਨ ਦਾ ਟਾਈਮ ਵੀ ਫਿਕਸ ਹੈ ਕਿਉਂਕਿ ਉਹਦੇ ਹਿਸਾਬ ਕਿਤਾਬ ਜਿਹੜੇ ਕਾਮਲ ਮੁਰਸ਼ਿਦ ਨੇ ਪਰਮਾਤਮਾ ਫਿਕਸ ਹੁੰਦਾ। ਫਿਰ ਦੇਖੋ ਉਹਨੇ ਜੁੱਤੀ ਦਿੱਤੀ, ਉਹ ਤਾਂ ਜੁੱਤੀ ਸਮਝ ਐਵੇਂ ਦਿੱਤੀ ਹੈ ਜੁੱਤੀ ਬੇਕਾਰ ਜੀ ਹੈ, ਪਰ ਉਹ ਜੁੱਤੀ ਦੂਜੇ ਲਈ ਬੜੀ ਕੀਮਤੀ ਸੀਗੀ। ਉਹਨੇ ਇੰਨੇ ਪੈਸੇ ਦਿੱਤੇ ਕਿ ਉਹਦੀ ਸਾਰੀ ਜ਼ਿੰਦਗੀ ਦੇ ਵਿੱਚ ਉਹ ਜੁੱਤੀ ਦੇ ਨਾਲ ਮਾਲੋ ਮਾਲ ਹੋ ਗਿਆ। ਇਹ ਤਾਂ ਹੈਗੀ ਉਹਦੇ ਦੇਣ ਦੀ ਹੈ। ਹੁਣ ਮੈਨੂੰ ਅਗਲੀ ਸਟੋਰੀ ਨੂੰ ਕਵਰ ਕਰ ਦੇਣਾ, ਹਾਲਾਂਕਿ ਇਹਦੀ ਨਾਲ ਕੋਈ ਗੱਲ ਨਹੀਂ। ਉਹ ਜਦੋਂ ਪਹੁੰਚਿਆ ਅਮੀਰ ਖੁਸਰੋ ਦੀ ਦਰਗਾਹ ਦੇ ਵਿੱਚ ਤੇ ਆਪ ਤਾਂ ਥੱਲੇ ਤੁਰ ਕੇ ਜਾ ਰਿਹਾ, ਜੁੱਤੀ ਰੱਖੀ ਆ ਪਾਲਕੀ ਦੇ ਵਿੱਚ, ਉਤਰਿਆ ਤੇ ਜੁੱਤੀ ਜਾ ਕੇ ਉਹਨਾਂ ਦੇ ਚਰਨਾਂ 'ਚ ਰੱਖਤੀ। ਉਹ ਕਹਿੰਦੇ ਵੀ ਅਮੀਰ ਖੁਸਰੋ ਤੂੰ ਇਹ ਜੁੱਤੀ ਕਿੱਥੋਂ ਲਿਆਇਆ? ਕਹਿੰਦਾ ਜੀ ਮੈਂ ਖਰੀਦ ਕੇ ਲਿਆਇਆ। ਕਹਿੰਦਾ ਅੱਛਾ ਬੜੀ ਮਹਿੰਗੀ ਖਰੀਦੀ ਹੋਣੀ ਹੈ। ਕਹਿੰਦਾ ਜੀ ਮਹਿੰਗੀ ਕੀ, ਜੇ ਤੂੰ ਮੇਰੀ ਗਰਦਨ ਵੀ ਮੰਗਦਾ ਮੈਂ ਗਰਦਨ ਵੀ ਦੇ ਦੇਣੀ ਸੀਗੀ। ਇਹਦਾ ਕਹਿੰਦਾ ਮੁੱਲ ਕਹਿੰਦਾ ਕੋਈ ਕਪਾ ਨਹੀਂ ਸਕਦਾ। ਜਦੋਂ ਉਹਨੇ ਕਿਹਾ ਮੈਂ ਆਪਣੀ ਗਰਦਨ ਦੇ ਦੇਣੀ ਸੀ ਤੇ ਜਿਹੜੇ ਨਿਜ਼ਾਮੂਦੀਨ ਔਲੀਆ ਸੀ ਘੁੱਟ ਕੇ ਜੱਫੀ ਪਾ ਲਈ। ਕਹਿੰਦੇ ਜੇ ਤੂੰ ਮੇਰੀ ਜੁੱਤੀ ਦਾ ਮੁੱਲ ਪਾਇਆ ਨਾ ਇੰਨਾ, ਤੇ ਤੈਨੂੰ ਮੈਂ ਅੱਜ ਇੰਨਾ ਮੁੱਲ ਦੇ ਦੇਣਾ ਕਿ ਤੈਨੂੰ 2 ਜਹਾਨਾਂ ਦਾ ਮਾਲਕ ਤੇਰਾ ਅੰਦਰਲਾ ਹੀ ਪਰਦਾ ਖੋਲ ਦੇਣਾ। ਉਹਨੇ ਅੰਦਰਲਾ ਪਰਦਾ ਖੋਲਤਾ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੋ ਜਿਹੀ ਪਰਮਾਤਮਾ ਦੇ ਕੋਲ ਸੱਚੇ ਦਿਲੋਂ ਜੋ ਅਰਦਾਸ ਕਰਦੇ ਉਹ ਜ਼ਰੂਰ ਕਬੂਲ ਹੁੰਦੀ ਹੈ। ਸਮਾਂ ਥੋੜਾ ਜਿਹਾ ਲੱਗਦਾ, ਜਿਵੇਂ ਮੈਂ ਕਿਹਾ ਵੀ ਅੰਬ ਪੱਕਣ ਦਾ ਲੱਗ ਸਮਾਂ, ਮਾਂ ਦੇ ਪੇਟ ਦੇ ਵਿੱਚ ਜਦੋਂ ਬੱਚਾ ਹੁੰਦਾ ਪਹਿਲੇ ਦਿਨ ਹੀ ਨਹੀਂ ਹੋ ਜਾਂਦਾ, ਉਹਨੂੰ ਵੀ ਟਾਈਮ ਲੱਗਦਾ। ਸੋ ਇਸ ਕਰਕੇ ਸਾਨੂੰ ਸਬਰ ਕਰਨਾ ਚਾਹੀਦਾ, ਸਾਨੂੰ ਸੰਤੋਖ ਕਰਨਾ ਚਾਹੀਦਾ, ਸਾਨੂੰ ਵੇਟ ਕਰਨੀ ਚਾਹੀਦੀ ਹੈ, ਸਾਨੂੰ ਸ਼ਰਧਾ ਨਾਲ ਜਿਹੜੀ ਕੋਈ ਰਜਾਈ ਅਸੀਂ ਅਰਦਾਸ ਕਰਦੇ ਹਾਂ ਉਹ ਡੈਫੀਨੇਟਲੀ ਕਬੂਲ ਹੁੰਦੀ ਹੈ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਪਰਮਾਤਮਾ ਜਾਂ ਆਪਾਂ ਸਤਸੰਗ ਦੇ ਵਿੱਚ ਜਾਂਦੇ ਹਾਂ, ਸਤਸੰਗ 'ਚ ਜਾਂਦੇ ਆ, ਕਹਿੰਦੇ ਨੇ ਸਤਸੰਗ 'ਚ ਜਾ ਕੇ ਜੇ ਪੂਰਨ ਗੁਰੂ ਦੇ ਦਰਸ਼ਨ ਕਰ ਲਓ ਤਾਂ ਉਹ ਪਰਮਾਤਮਾ ਨਾਲ ਮਿਲਾਪ ਕਰ ਦਿੰਦਾ ਹੈ। ਪਰ ਪ੍ਰੈਕਟੀਕਲੀ ਅਸੀਂ ਦੇਖਦੇ ਹਾਂ ਕਿ ਸਾਰੇ ਬੰਦੇ ਉੱਥੇ ਹੀ ਨੇ, ਕੋਈ ਪਰਮਾਤਮਾ ਨਾਲ ਨਹੀਂ ਮਿਲਿਆ। ਜਿੱਡੇ ਮਰਜੀ ਚਾਹੇ ਉਹ ਬਿਆਸ ਵਾਲੇ ਨੇ, ਚੌਥੇ ਨੇ, ਜਿੰਨੇ ਵੀ ਸਤਸੰਗੀ ਨੇ ਲੱਖਾਂ ਕਰੋੜਾਂ ਦੀ ਤਾਦਾਦ 'ਚ ਨੇ, ਸਭ ਉੱਥੇ ਹੀ ਤੁਰੇ ਫਿਰਦੇ ਨੇ। ਸੋ ਇਹ ਕਿਉਂ ਹੈ? ਇੱਕ ਪਾਸੇ ਤਾਂ ਕਹਿੰਦੇ ਪਰਮਾਤਮਾ ਦੇ ਦਰਸ਼ਨ ਕਰੋ, ਪਰਮਾਤਮਾ ਦੀ ਸੰਗਤ ਕਰੋ, ਪਰਫੈਕਟ ਮਾਸਟਰ ਦੀ, ਉਹ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ। ਪਰ ਦੂਜੇ ਪਾਸੇ ਪ੍ਰੈਕਟੀਕਲੀ ਉਹ ਹੁੰਦਾ ਹੀ ਨਹੀਂ। ਇੱਕ ਅੱਧਾ ਬੰਦੇ ਦਾ ਹੁੰਦਾ, ਕਿਉਂ? ਇਹੀ ਸਵਾਲ ਦਾ ਜਵਾਬ ਜੇ ਅਸਲੀ ਸਮਝਣਾ ਹੋਵੇ ਤਾਂ ਇੱਕ ਵਾਰ ਮਹਾਤਮਾ ਬੁੱਧ ਦੇ ਜਿਹੜੇ ਸੇਵਕ ਸੀ ਆਨੰਦ, ਉਹਨਾਂ ਨੇ ਵੀ ਸੇਮ ਸਵਾਲ ਕੀਤਾ ਸੀ ਕਿ ਮਹਾਰਾਜ ਮਹਾਤਮਾ ਬੁੱਧ ਨੂੰ ਪੁੱਛਿਆ ਵੀ ਇੰਨੇ ਤੁਹਾਡੇ ਕੋਲ ਸੇਵਕ ਆਉਂਦੇ ਨੇ, ਜਦੋਂ ਕਹਿੰਦੇ ਪਰਮਾਤਮਾ ਦੀ ਕਾਮਲ ਮੁਰਸ਼ਿਦ ਦੀ ਪੂਰਨ ਸੰਤ ਦੀ ਜਿਹੜੀ ਕੰਪਨੀ ਆ ਉਹਦੇ ਵਿੱਚ ਇੰਨਾ ਅਸਰ ਹੁੰਦਾ ਹੈ ਕਿ ਉਹ ਪਰਮਾਤਮਾ ਨਾਲ ਮਿਲਾ ਦਿੰਦਾ ਹੈ, ਪਰ ਮੇਰੇ ਤਾਂ ਅੱਜ ਇੰਨੇ ਕੋਈ ਨਹੀਂ, ਤਾਂ ਉਸ ਤਰ੍ਹਾਂ ਹੀ ਤੁਰੇ ਫਿਰਦੇ ਨੇ। ਮਹਾਤਮਾ ਬੁੱਧ ਕਹਿੰਦੇ ਤੂੰ ਕੱਲ੍ਹ ਨੂੰ ਆਈਓ, ਸਤਸੰਗ ਸ਼ੁਰੂ ਹੋਊਗਾ, ਤੈਨੂੰ ਜਵਾਬ ਦੇਊਂਗਾ। ਉਹ ਦੂਜੇ ਦਿਨ ਆਇਆ, ਕਹਿੰਦੇ ਦੱਸੋ ਜੀ। ਕਹਿੰਦੇ ਆ ਦੇਖ ਜਿੰਨੇ ਬੰਦੇ ਆਏ ਨੇ ਨਾ, ਇਹ ਕੱਲੇ ਨੂੰ ਪੁੱਛ ਵੀ ਇਹ ਸਤਸੰਗ ਦੇ ਵਿੱਚ ਕੀ ਕਰਨ ਆਏ ਨੇ, ਇਹਦਾ ਪਰਪਸ ਕੀ ਹੈ। ਉਹ ਕਹਿੰਦਾ ਠੀਕ ਹੈ, ਤੈਨੂੰ ਮੈਂ ਜਵਾਬ ਦੇਊਂਗਾ। ਉਹ ਕੱਲੇ ਨੂੰ ਜਾ ਕੇ ਪੁੱਛਣ ਲੱਗਾ, ਹਾਂਜੀ ਭਾਈ ਸਾਹਿਬ ਤੁਸੀਂ ਐਡੀ ਦੂਰੋਂ ਚੱਲ ਕੇ ਆਏ ਹੋ, ਇੱਥੇ ਕੀ ਕਰਨ ਆਏ ਹੋ, ਤੁਸੀਂ ਕਿਉਂ ਆਏ ਹੋ, ਕੀ ਆਇਆ, ਤੁਹਾਡਾ ਪਰਪਸ ਕੀ ਹੈ ਕੀ ਨਹੀਂ। ਤੇ ਉਹਨੇ ਫਿਰ ਮਹਾਤਮਾ ਬੁੱਧ ਨੂੰ ਦੱਸਿਆ। ਕਹਿੰਦਾ ਪੁੱਛ ਲਿਆ ਸਾਰਿਆਂ ਨੂੰ? ਕਹਿੰਦਾ ਹਾਂਜੀ। ਕਹਿੰਦਾ ਕੀ ਕਹਿੰਦੇ? ਕਹਿੰਦੇ ਜੀ ਕੁਛ ਬੰਦੇ ਕਹਿੰਦੇ ਮੈਂ ਤਾਂ ਜੀ ਐਡੀ ਦੂਰੋਂ ਆਏ ਆ ਕਿ ਮੈਨੂੰ ਔਲਾਦ ਚਾਹੀਦੀ ਸੀ, ਮੈਨੂੰ ਮੁੰਡਾ ਚਾਹੀਦਾ ਸੀ, ਮੈਨੂੰ ਕੁੜੀ ਚਾਹੀਦੀ ਸੀ। ਕੋਈ ਕਹਿੰਦਾ ਮੇਰੇ ਮੁੰਡੇ ਦਾ ਵਿਆਹ ਨਹੀਂ ਹੁੰਦਾ, ਕੋਈ ਕਹਿੰਦਾ ਮੇਰੇ ਪੋਤਾ ਚਾਹੀਦਾ, ਦੋਤਾ ਚਾਹੀਦਾ, ਕੋਈ ਬੰਦਾ ਕਹਿੰਦਾ ਮੈਨੂੰ ਨੌਕਰੀ ਚਾਹੀਦਾ, ਕੋਈ ਬੰਦਾ ਕਹਿੰਦਾ ਮੈਨੂੰ ਕਾਰੋਬਾਰ ਚਾਹੀਦਾ, ਕੋਈ ਬੰਦਾ ਕਹਿੰਦਾ ਜੀ ਮੈਂ ਤੁਹਾਡੇ ਕੋਲ ਤਾਂ ਆਇਆ, ਮੈਂ ਅਸਿਸਟੈਂਟ ਸੈਕਟਰੀ ਆ ਤੇ ਹੁਣ ਇਹ ਸੈਕਟਰੀ 2 ਸਾਲਾਂ ਬਾਅਦ ਰਿਟਾਇਰ ਹੋਣਾ ਤੇ ਮੈਂ ਸੈਕਟਰੀ ਬਣਨਾ। ਕੋਈ ਬੰਦਾ ਕਹਿੰਦਾ ਰਿਪਰੈਜ਼ੈਂਟੇਟਿਵ ਬਣੀ ਆ, ਹੁਣ ਇਹਨੇ 3-4 ਸਾਲਾਂ ਦੀ ਮਿਆਦ ਹੈ, ਦੂਆ ਮੈਂ ਰਿਪਰੈਜ਼ੈਂਟੇਟਿਵ ਬਣਨਾ। ਕੋਈ ਕਹਿੰਦਾ ਮੈਂ ਫਲਾਣਾ ਦੀ ਸੇਵਾ ਕਰਦੇ ਬਣਨਾ, ਕੋਈ ਕਹਿੰਦਾ ਮੈਂ ਸਿਪਾਹੀਆਂ ਹੌਲਦਾਰ ਬਣਨਾ। ਕਹਿੰਦਾ ਫੇ ਹੋਰ
ਕਹਿੰਦਾ ਹੋਰ ਕੋਈ ਬੰਦਾ ਕਹਿੰਦਾ ਵੋਟਾਂ ਜਿੱਤਣਾ, ਸਕੂਲ ਟਰਸਟੀ ਦੇ ਇਲੈਕਸ਼ਨ ਆ ਗਿਆ, ਕਾਉਂਸਲਰ ਬਣਨਾ, ਉਹ ਬਣਨਾ, ਤੇ ਇਸ ਕਰਕੇ ਦਰਬਾਰ 'ਚ ਆਏ ਅਸੀਂ। ਕਹਿੰਦਾ ਕੁਝ ਹੋਰ, ਕਹਿੰਦਾ ਬਸ ਇੱਕ ਦੋ ਬੰਦੇ ਹੀ ਸੀਗੇ ਜਿਹੜੇ ਕਹਿੰਦੇ ਜੀ ਅਸੀਂ ਤਾਂ ਕੁਝ ਨਹੀਂ ਲੈ ਕੇ, ਇਸ ਤਾਂ ਮਾਲਕ ਕੋਲੇ ਆਏ ਹਾਂ, ਮਹਾਤਮਾ ਬੁੱਧ ਜੀ ਕੋਲੇ, ਅਸੀਂ ਚਾਹੁੰਦੇ ਹਾਂ ਵੀ ਸਾਡਾ ਵੀ ਪਰਮਾਤਮਾ ਦੇ ਨਾਲ ਮਿਲਾਪ ਕਰ ਦੇ। ਕਹਿੰਦਾ ਬਿਲਕੁਲ ਠੀਕ ਆ ਤੇਰਾ ਉੱਤਰ ਹੈ। ਜਿਹੜੀ ਸ਼ਰਧਾ ਦੇ ਨਾਲ ਜਿਹੋ ਜਿਹੀਆਂ ਡਿਮਾਂਡਸ ਲੈ ਕੇ ਅਸੀਂ ਪਰਮਾਤਮਾ ਦੀ ਦਰਗਾਹ 'ਚ, ਕਾਮਲ ਮੁਰਸ਼ਿਦ ਦੀ ਦਰਗਾਹ 'ਚ, ਪੂਰਨ ਸੰਤ ਦੀ ਦਰਗਾਹ ਦੇ ਵਿੱਚ ਜਾਂਦੇ ਹਾਂ, ਕਈ ਵਾਰੀ ਕਹਿੰਦੇ ਵੀ ਸੈਕਟਰੀ ਬਣਾ ਦੇ, ਮੇਰਾ ਰੀਅਲ estate ਦਾ ਕੰਮ ਚੱਲੂ। ਹਾਂਜੀ, ਸੋ ਇਸ ਕਰਕੇ ਜਿਹੋ ਜਿਹੀਆਂ ਅਸੀਂ ਖੁਆਇਸ਼ਾਂ ਲੈ ਕੇ ਚੱਲਦੇ ਹਾਂ, ਦੁਨੀਆ ਦੀਆਂ ਖੁਆਇਸ਼ਾਂ ਲੈ ਕੇ ਚੱਲਦੇ ਹਾਂ, ਦੁਨੀਆ ਦੇ ਵਿੱਚ ਹੀ ਰਹਿ ਜਾਂਦੇ ਹਾਂ। ਜਿਹੜਾ ਬੰਦਾ ਦੁਨੀਆ ਦੀਆਂ ਖੁਆਇਸ਼ਾਂ ਛੱਡ ਕੇ ਪਰਮਾਰਥ ਦੀ ਖੁਆਇਸ਼ ਲੈ ਕੇ ਚੱਲਦਾ, ਉਹਨੂੰ ਪਰਮਾਰਥ ਦੀਆਂ ਪ੍ਰਾਪਤੀਆਂ ਹੋ ਜਾਂਦੀਆਂ ਨੇ। ਪਰ ਇੱਕ ਗੱਲ ਪੱਕੀ ਹੈ, ਇੱਕ ਹੋਰ ਸਵਾਲ ਪਰ ਆਉਂਦਾ ਹੈ ਕਿ ਕਈ ਵਾਰੀ ਲੋਕ ਇਹ ਸੋਚਦੇ ਨੇ ਵੀ ਰੱਬ ਨੂੰ ਪਾਉਣ ਦੇ ਲਈ ਗੁਰੂ ਦੀ ਕੀ ਲੋੜ ਹੈ। ਜੇ ਬੇਸ਼ੱਕ ਅਸੀਂ ਅਣਗਿਣਤ ਮੈਂ ਤੁਕਾਂ ਦਿੰਦਾ ਹੁੰਨਾ, ਪੜ੍ਹਦਾ ਹੁੰਨਾ ਕਿ ਮਤ ਕੋਈ ਭਰਮ ਭੁੱਲੇ ਸੰਸਾਰ, ਗੁਰੂ ਬਿਨ ਕੋਈ ਨਾ ਉਤਰਸ ਪਾਰ। ਜੇ 100 ਚੰਦਾ ਉਗਵੇ ਸੂਰਜ ਚੜੇ, 1000 ਇੱਤਾ ਚਾਨਣ ਹੁੰਦਿਆਂ, ਗੁਰੂ ਬਿਨ ਘੋਰ ਅਧਾਰ। ਪਰ ਫਿਰ ਵੀ ਕੁਝ ਲੋਕ ਇਹ ਕਹਿੰਦੇ ਨੇ ਵੀ ਅਸੀਂ ਆਪਣੇ ਆਪ ਗੁਰੂ ਦੀ ਕੀ ਲੋੜ ਹੈ, ਗੁਰੂ ਤੋਂ ਬਿਨਾਂ ਵੀ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ। ਸੋ ਇਸੇ ਤਰ੍ਹਾਂ ਹੀ ਕੋਈ ਰਾਜਾ ਸੀਗਾ, ਉਹਦੇ ਵਿੱਚ ਹੰਕਾਰ ਸੀ, ਉਹ ਦਰਬਾਰ 'ਚ ਬੈਠਾ ਸੀਗਾ, ਮੰਤਰੀ ਪੂਜਾ ਪਾਠ ਕਰਨ ਵਾਲਾ ਸੀਗਾ। ਉਹਨੇ ਕਿਤੇ ਪਰਚਾਂਸੀ ਗੱਲ ਕਰਤੀ ਕਿ ਮਹਾਰਾਜ ਗੁਰੂ ਤੋਂ ਬਿਨਾਂ ਨਾ ਤੁਸੀਂ ਵੀ ਗੁਰੂ ਧਾਰਨ ਕਰ ਲਓ, ਤੇ ਗੁਰੂ ਧਾਰਨ ਕਰੋਗੇ ਕਾਮਲ ਮੁਰਸ਼ਦ, ਫਿਰ ਤੁਸੀਂ ਪਰਮਾਤਮਾ ਨਾਲ ਮਿਲ ਸਕਦੇ ਹੋ। ਉਹ ਕਹਿੰਦਾ ਛੱਡ ਯਾਰ, ਗੁਰੂ ਕਰਨ ਨੂੰ ਕੀ ਆ, ਮਿਹਨਤ ਕਰਨੀ ਆ, ਆਪਦੀ ਮਿਹਨਤ ਕਰੋ, ਤੇ ਕਿਤਾਬਾਂ ਬਥੇਰੀਆਂ ਨੇ ਧਾਰਮਿਕ ਪੁਸਤਕਾਂ, ਉਹਨਾਂ 'ਚ ਪੜ੍ਹੋ, ਪੜ੍ਹ ਕੇ ਤੁਸੀਂ ਆਪ ਹੀ ਰੱਬ ਨੂੰ ਮਿਲ ਜਾਓਗੇ। ਹੁਣ ਉਹ ਮੰਤਰੀ ਨੇ ਰਾਜੇ ਦੇ ਮੂਹਰੇ ਕੀ ਬੋਲਣਾ ਸੀ, ਕਹਿੰਦਾ ਜੀ ਮੁਸ਼ਕਲ ਹੈ। ਉਹ ਕਹਿੰਦਾ ਮੁਸ਼ਕਲ ਕਿਉਂ, ਮੈਂ ਮਿਲ ਜੂਗਾ। ਕਹਿੰਦਾ ਜੀ ਕਦੋਂ ਮਿਲ ਜੂ, ਕਹਿੰਦਾ ਜਦੋਂ ਮਰਜੀ, ਮੈਂ ਤੁਹਾਨੂੰ ਕਹਿੰਦਾ ਮਿਲ ਜੂ। ਕਹਿੰਦਾ ਹਾਂ। ਮੰਤਰੀ ਨੇ ਕਿਹਾ ਕਿੰਨੇ ਚਿਰ, ਕਹਿੰਦਾ ਮਹੀਨੇ 'ਚ ਮੈਂ ਕੋਸ਼ਿਸ਼ ਕਰ ਲੈਣ ਤੈਨੂੰ ਰੱਬ ਨਾਲ ਮਿਲਾਉਣਾ, ਕਿਸੇ ਗੁਰੂ ਘਰ ਦੀ ਲੋੜ ਨਹੀਂ। ਕਹਿੰਦਾ ਠੀਕ ਹੈ ਜੀ। ਹੁਣ ਉਹ ਮੰਤਰੀ ਨੂੰ ਤਾਂ ਪਤਾ ਸੀਗਾ, ਪਰ ਰਾਜੇ ਨੂੰ ਫਿਕਰ ਹੋਗਾ ਵੀ ਮੈਂ ਹੁਣ ਇੰਨੇ ਸੰਗਤ ਦੇ ਵਿੱਚ ਰਾਜ ਦਰਬਾਰ ਦੇ ਵਿੱਚ ਵਾਅਦਾ ਕੀਤਾ ਹੈ ਕਿ ਮਹੀਨੇ 'ਚ ਮੈਂ ਗੁਰੂ ਤੋਂ ਬਿਨਾਂ ਰੱਬ ਨੂੰ ਮਿਲ ਜੂ, ਮਿਲਾਪ ਕਰੂੰਗਾ, ਦਿਖਾਊਂਗਾ ਤੁਹਾਨੂੰ ਵੀ ਇਹ ਕਿਵੇਂ ਪੋਸੀਬਲ ਹੈ। ਜਦੋਂ ਦਿਮਾਗ ਤੇ ਟੈਨਸ਼ਨ ਹੋ ਗਈ, ਉਹਨੇ ਆਪਣੇ ਸੈਨਾਪਤੀ ਨੂੰ ਬੁਲਾਇਆ, ਕਹਿੰਦਾ ਦੇਖੋ ਇੱਥੇ ਕੋਈ ਪੂਰਨ ਕਾਮਲ ਮੁਰਸ਼ਿਦ ਵੀ ਹੈ, ਸੰਤ ਫਕੀਰ ਵੀ ਹੈ। ਉਹਨਾਂ ਨੇ ਉਹ ਕਹਿੰਦੇ ਜੀ ਤੁਹਾਨੂੰ ਕੀ ਲੋੜ ਪੈ ਗਈ, ਤੁਸੀਂ ਤਾਂ ਸਭਾ 'ਚ ਕਿਹਾ ਵੀ ਉਹਦੀ ਲੋੜ ਹੀ ਨਹੀਂ। ਕਹਿੰਦਾ ਮੈਂ ਕਿਹੜਾ ਧਾਰਨ ਕਰਨਾ, ਉਹਨੂੰ ਅਡਾਪਟ ਥੋੜਾ ਕਰਨਾ ਗੁਰੂ ਨੂੰ, ਉਦੋਂ ਤਾਂ ਸਿਰਫ ਤਰੀਕਾ ਪੁੱਛਣਾ ਮੈਂ। ਉਹ ਕਹਿੰਦਾ ਪਰ ਜੇ ਤਰੀਕਾ ਪੁੱਛੋਗੇ, ਤਰੀਕਾ ਵੀ ਤਾਂ ਗੁਰੂ ਤੋਂ ਪੁੱਛਿਆ। ਕਹਿੰਦਾ ਬਾਹਲੀਆਂ ਗੱਲਾਂ ਨਾ ਕਰ, ਫਜ਼ੂਲ ਦੀਆਂ, ਬਹਿਸ ਨਾ ਕਰ, ਕਿਉਂਕਿ ਝੂਠਾ ਬੰਦਾ ਬਹਿਸ ਨਹੀਂ ਕਰਦਾ, ਲੜਾਈ ਕਰਦਾ ਹੁੰਦਾ। ਸੋ ਕਹਿੰਦਾ ਬਹਿਸ ਨਾ ਕਰ, ਤੂੰ ਦੇਖ ਕੇ ਆ ਜਿਹੜਾ ਤੈਨੂੰ ਮੈਂ ਕਹਿੰਦਾ ਵੀ ਕੋਈ ਗੁਰੂ ਹੈਗਾ। ਚਲੋ ਉਹ ਘੁੰਮ ਕੇ ਆ ਗਿਆ, ਤੇ ਸ਼ਾਮ ਨੂੰ ਆ ਕੇ ਕਹਿੰਦਾ ਹਾਂਜੀ ਇੱਥੇ ਬਨਾਰਸ ਦੇ ਵਿੱਚ ਕਬੀਰ ਸਾਹਿਬ ਨੇ ਬੜੇ ਉੱਚ ਕੋਟੀ ਦੇ ਮਹਾਤਮਾ ਸੁਣੇ, ਬੜੀ ਜੈ-ਜੈਕਾਰ ਆ ਦੁਨੀਆ ਦੇ ਵਿੱਚ। ਉਹ ਕਹਿੰਦੇ ਚੰਗਾ ਐ ਕਰ, ਕਿਸੇ ਨੂੰ ਦੱਸੀ ਨਾ, ਆਪਾਂ ਰਾਤ ਨੂੰ ਭੇਸ ਬਦਲਾ ਕੇ ਜਾਵਾਂਗੇ, ਜੇ ਪਤਾ ਲੱਗੇ ਨਾ ਰਾਤ ਵੀ ਇੱਥੇ ਆ ਤਾਂ ਫਿਰ ਆਪਣੀ ਬੇਇੱਜ਼ਤੀ ਹੋਊਗੀ। ਭੇਸ ਬਦਲਾ ਕੇ ਤੂੰ ਵੀ ਬਦਲਾ, ਕੱਪੜੇ ਪਾ ਕੇ ਮੂੰਹ ਸਿਰ ਢੱਕ ਕੇ ਚੱਲ ਜਾ ਉੱਥੇ। ਕਬੀਰ ਸਾਹਿਬ ਦੇ ਦਰਬਾਰ 'ਚ ਪਹੁੰਚ ਗਏ। ਜਦੋਂ ਕਬੀਰ ਸਾਹਿਬ ਦੇ ਦਰਬਾਰ 'ਚ ਪਹੁੰਚੇ, ਦਰਵਾਜ਼ਾ ਬੰਦ ਸੀਗਾ ਤੇ ਬਾਹਰ ਉਹਨਾਂ ਦੇ ਸੇਵਕ ਬੈਠੇ ਸੀਗੇ, ਤੇ ਕਹਿੰਦੇ ਜੀ ਅਸੀਂ ਕਬੀਰ ਸਾਹਿਬ ਨੂੰ ਮਿਲਣ ਆਏ ਆ। ਉਹ ਕਹਿੰਦੇ ਕੋਈ ਨਹੀਂ ਜੀ। ਉਹਨਾਂ ਨੇ ਜਾ ਕੇ ਕਬੀਰ ਸਾਹਿਬ ਨੂੰ ਸੁਨੇਹਾ ਭੇਜਿਆ ਵੀ ਜੀ 2 ਬੰਦੇ ਆਏ ਨੇ, ਤੁਹਾਡੇ ਦਰਸ਼ਨ ਕਰਨ ਲਈ ਆਏ ਨੇ, ਤੁਹਾਨੂੰ ਮਿਲਣ ਆਏ ਨੇ। ਉਹ ਕਹਿੰਦਾ ਕੋਈ ਨਹੀਂ, ਭੇਜ ਦਿਓ। ਉਹ ਅੰਦਰ ਗਏ। ਹੁਣ ਰਾਜੇ ਦੇ 'ਚ ਹੰਕਾਰ ਬੜਾ ਸੀਗਾ, ਨਾ ਮੱਥਾ ਟੇਕਿਆ ਨਾ ਕੁਛ ਟੇਕਿਆ, ਬਰਾਬਰ ਜਾ ਕੇ ਉੱਥੇ ਕੁਰਸੀ ਪਈ, ਭੁੰਜੇ ਵੀ ਨਹੀਂ ਬੈਠਾ, ਜਾ ਕੇ ਸਾਹਮਣੇ ਬਹਿ ਗਿਆ, ਕਿਉਂਕਿ ਐਂ ਸੀ ਮੈਂ ਤਾਂ ਰਾਜਾ। ਜਦੋਂ ਬੈਠਾ ਤੇ ਕਬੀਰ ਸਾਹਿਬ ਕਹਿੰਦੇ ਹਾਂਜੀ ਰਾਜਨ ਦੱਸੋ ਤੁਸੀਂ ਕਿਵੇਂ ਆਏ ਹੋ। ਉਹ ਕਹਿੰਦੇ ਰਾਜਨ ਵੀ ਤੁਹਾਨੂੰ ਕਿਵੇਂ ਪਤਾ ਅਸੀਂ ਰਾਜੇ ਹਾਂ। ਉਹ ਕਹਿੰਦਾ ਜੀ ਜਿਹੜੇ ਪੂਰਨ ਸੰਤ ਹੁੰਦੇ ਨੇ, ਕਾਮਲ ਮੁਰਸ਼ਿਦ ਹੁੰਦੇ ਨੇ, ਉਹ ਕੱਪੜਿਆਂ ਤੇ ਲੁਕਾਉਣ ਨਾਲ ਨਹੀਂ ਫਰਕ ਪੈਂਦਾ, ਉਹ ਤੁਹਾਡੀ ਆਤਮਾ ਤੋਂ ਅੰਦਰੋਂ ਦੇਖਦੇ ਨੇ ਤੁਸੀਂ ਕੌਣ ਹੋ। ਜਦੋਂ ਉਹਨਾਂ ਨੇ ਕਿਹਾ ਰਾਜ ਨੇ, ਅੱਛਾ ਜੇ ਤੁਹਾਡੇ ਇੰਨੇ ਪਹੁੰਚੇ ਵੀ ਹੋ ਸਾਡਾ, ਅਸੀਂ ਤੁਹਾਡੇ ਕੋਲ ਇੱਕ ਰਿਕੁਐਸਟ ਲੈ ਕੇ ਆਏ ਹਾਂ। ਕਹਿੰਦੇ ਬੋਲੋ। ਮੈਂ ਥੋੜਾ ਜਿਹਾ ਟਾਈਮ ਫਾਸਟ ਕਰਨ ਦੀ ਕੋਸ਼ਿਸ਼ ਕਰਦਾ, ਕੋਈ ਟਾਈਮ ਛੇਤੀ ਹੋ ਜਾਊਗਾ। ਉਹ ਕਹਿੰਦੇ ਸਾਨੂੰ ਇਹ ਦੱਸੋ, ਕੋਈ ਤਰੀਕਾ ਦੱਸੋ, ਢੰਗ ਦੱਸੋ, ਕੋਈ ਮੈਥਡ ਦੱਸੋ ਕਿ ਬਿਨਾਂ ਗੁਰੂ ਅਡਾਪਟ ਕੀਤੇ ਅਸੀਂ ਪਰਮਾਤਮਾ ਨੂੰ ਮਿਲ ਸਕੀਏ। ਉਹ ਕਹਿੰਦੇ ਬਸ ਆਹੀ ਸਵਾਲ ਹੈ। ਕਹਿੰਦਾ ਇਹਦਾ ਉੱਤਰ ਦੇਣ ਲਈ ਤੈਨੂੰ ਕੋਈ ਕੰਮ ਕਰਨਾ ਪਊ। ਉਹ ਕਹਿੰਦੇ ਦੱਸੋ ਜੀ। ਕਹਿੰਦਾ ਤੂੰ ਇੱਕ ਮੈਨੂੰ ਮੈਂਡਕ ਲਿਆ ਕੇ ਦੇ। ਮੈਂਡਕ ਪਤਾ ਡੱਡੂ ਨੂੰ ਕਹਿੰਦੇ ਆਪਾਂ। ਉਹ ਕਹਿੰਦਾ ਜੀ ਮੇਰਾ ਇਹ ਕਬੀਰ ਸਾਹਿਬ ਮੇਰੇ ਸਵਾਲ ਦਾ ਵੀ ਗੁਰੂ ਤੋਂ ਬਿਨਾਂ ਮੈਂ ਰੱਬ ਨੂੰ ਪਾਉਣਾ ਹੈ, ਤੇ ਡੱਡੂ ਦਾ ਕੀ ਸੰਬੰਧ ਹੈ। ਕਹਿੰਦਾ ਸਵਾਲ ਨਾ ਕਰ ਜਾਦੇ, ਤੈਨੂੰ ਜਿਹੜਾ ਕੁਝ ਜੇ ਤੈਨੇ ਜਵਾਬ ਲੈਣਾ ਡੱਡੂ ਲਿਆ ਫੜ ਕੇ। ਉਹਨੇ ਸੈਨਾਪਤੀ ਨੂੰ ਕਿਹਾ, ਸੈਨਾਪਤੀ ਗਿਆ, ਭੱਜ ਕੇ ਜਾ ਕੇ ਡੱਡੂ ਫੜ ਲਿਆ, ਤੇ ਨਹਾਉਣ ਮੁੱਗੇ ਕੋਈ ਰਾਜੇ ਨੂੰ ਦੇਣਾ ਸੀ, ਡੱਬੇ 'ਚ ਬੰਦ ਕਰ ਲਿਆ। ਤੇ ਰਾਜਾ ਕਹਿੰਦਾ ਲਓ ਜੀ ਆ ਗਿਆ ਡੱਡੂ। ਉਹ ਕਹਿੰਦਾ ਅੱਛਾ। ਕਹਿੰਦਾ ਹੁਣ ਦਿਓ ਮੇਰੇ ਸਵਾਲ ਦਾ ਜਵਾਬ ਕਿ ਗੁਰੂ ਤੋਂ ਬਿਨਾਂ ਰੱਬ ਨੂੰ ਕਿਵੇਂ ਪਾਇਆ ਜਾ ਸਕਦਾ ਹੈ। ਕਬੀਰ ਸਾਹਿਬ ਕਹਿੰਦੇ ਠਹਿਰ ਜਾ, ਇਹਦਾ ਜਵਾਬ ਦੇਣ ਲਈ ਤੈਨੂੰ ਹੋਰ ਕੰਮ ਕਰਨਾ ਪਊ। ਕਹਿੰਦਾ ਜੀ ਹੋਰ ਕੀ ਕੰਮ ਕਰਨਾ ਪਊ ਦੱਸੋ। ਕਹਿੰਦਾ ਇਹ ਡੱਡੂ ਨੂੰ ਲਿਜਾ ਕੇ ਨਾ ਆਪਣੇ ਮਹਿਲ ਦੇ ਛੱਤ ਦੇ ਉੱਤੇ ਰੱਖ ਦੇ, ਤੇ ਨਾਲ ਦੇਖੀ ਚੱਲ, ਜਦੋਂ ਡੱਡੂ ਨੇ ਛਾਲ ਮਾਰੀ ਤੇ ਜਦੋਂ ਇਹ ਅਸਮਾਨ 'ਚ ਚੜ੍ਹ ਗਿਆ ਨਾ, ਤੇ ਫਿਰ ਤੈਨੂੰ ਮੈਂ ਜਵਾਬ ਦੇਊਂਗਾ ਵੀ ਰੱਬ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ ਮੁਰਸ਼ਿਦ ਤੋਂ ਬਿਨਾਂ। ਤੇ ਰਾਜਾ ਹੱਸ ਪਿਆ, ਕਹਿੰਦਾ ਕਬੀਰ ਸਾਹਿਬ ਤੁਸੀਂ ਮੈਨੂੰ ਮੂਰਖ ਬਣਾਉਂਦੇ ਹੋ।
ਜੇ ਡੱਡੂ ਨੂੰ ਮੈਂ ਛੱਤ ਤੇ ਬਿਠਾ ਲਾ, ਜਿੰਨੀ ਮਰਜ਼ੀ ਛਾਲ ਮਾਰੇ, ਡਿੱਗਣਾ ਤਾਂ ਇਹਨੇ ਧਰਤੀ ਤੇ ਆਸਮਾਨ 'ਚ ਵੀ ਕਿਤੇ ਉੱਡ ਜਾਂਦਾ। ਕਹਿੰਦੇ ਬਸ ਰਾਜਨ ਇਹੀ ਉੱਤਰ ਹੈ। ਡੱਡੂ ਜਿੰਨੀਆਂ ਮਰਜ਼ੀ ਛਾਲਾਂ ਮਾਰੇ ਉਹ ਜ਼ਮੀਨ ਤੇ ਰਹਿੰਦਾ ਹੈ। ਇਸੇ ਤਰ੍ਹਾਂ ਹੀ ਅਸੀਂ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰੇ, ਤੂੰ ਵੀ ਡੱਡੂ ਵਾਲਾ ਹੀ ਕੰਮ ਕਰਦਾ। ਤੂੰ ਕਹਿੰਦਾ ਮੈਂ ਆਪਣੇ ਆਪ ਹੀ ਮਿਲਾਂ, ਆਪਣੇ ਆਪ ਹੀ ਕਿਵੇਂ ਮਿਲੂੰਗਾ? ਤੂੰ ਧਰਤੀ ਤੇ ਜਿੰਨਾ ਚਿਰ ਤੱਕ ਜਿਸ ਤਰ੍ਹਾਂ ਡੱਡੂ ਛਾਲਾਂ ਮਾਰਦਾ ਜ਼ਮੀਨ ਤੇ ਰਹਿੰਦਾ ਹੈ, ਤੇ ਇਸੇ ਤਰ੍ਹਾਂ ਹੀ ਜਿੰਨੀਆਂ ਮਰਜ਼ੀ ਅਸੀਂ ਆਪਣੀਆਂ ਕੋਸ਼ਿਸ਼ਾਂ ਕਰ ਲਈਏ, ਅਸੀਂ ਕਦੇ ਵੀ ਪਰਮਾਤਮਾ ਨੂੰ ਪਾ ਨਹੀਂ ਸਕਦੇ। ਸੋ ਇਸ ਕਰਕੇ ਪਰਮਾਤਮਾ ਨੂੰ ਜਦੋਂ ਵੀ ਪਾਉਣਾ, ਸਾਨੂੰ ਗੁਰੂ ਦੀ ਲੋੜ ਹੈ। ਫਿਰ ਉਹਨੂੰ ਸਮਝ ਲੱਗ ਗਈ ਪੂਰੀ ਵੀ ਜਿਵੇਂ ਅਸਮਾਨ 'ਚ ਡੱਡੂ ਨਹੀਂ ਪਹੁੰਚ ਸਕਦਾ, ਇਸੇ ਤਰ੍ਹਾਂ ਹੀ ਗੁਰੂ ਨੂੰ, ਪਰਮਾਤਮਾ ਨੂੰ ਪਾਉਣ ਲਈ ਸਾਨੂੰ ਗੁਰੂ ਦੀ ਲੋੜ ਹੈ। ਉੱਥੇ ਹੀ ਕਬੀਰ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਇਹ ਸ਼ਬਦ ਵਿੱਚ ਜਿਹੜੇ ਸੀਗੇ ਉਹ ਲਿਖੇ ਨੇ, ਕਬੀਰ ਗੁਰੂ ਕਿਰਪਾ ਬਿਨਾ, ਕਬੀਰ ਗੁਰੂ ਕਿਰਪਾ ਬਿਨਾ ਪ੍ਰਭ ਚਰਨਨ ਕੀ ਆਸ, कबीर गुरु कृपा बिना प्रभ चरणन की आस, जैसे मैडक उछल के चाहत चढ़न आकाश। कहते जिमें मैडक जो कछुआ है ਉਹਦੀ ਖੁਆਇਸ਼ ਹੋਵੇ ਕਿ ਮੈਂ ਆਕਾਸ਼ 'ਚ ਉੱਡ ਜਾ, ਉਹ ਉੱਡ ਨਹੀਂ ਸਕਦਾ। ਇਸੇ ਤਰ੍ਹਾਂ ਜੇ ਤੁਹਾਡੀ ਕੋਈ ਆਸ ਹੈ ਗੁਰੂ ਤੋਂ ਬਿਨਾਂ ਤੁਸੀਂ ਪਰਮਾਤਮਾ ਨੂੰ ਮਿਲੋਗੇ, ਉਹ ਮਿਲ ਨਹੀਂ ਸਕਦੇ। ਸੋ ਇਸੇ ਤਰ੍ਹਾਂ ਬੁੱਲੇ ਸ਼ਾਹ ਨੇ, ਮੈਂ ਕਹੂੰਗਾ ਟਾਈਮ, ਬੁੱਲੇ ਸ਼ਾਹ ਨੇ ਕੀ ਕਿਹਾ ਸੀਗਾ? ਬੁੱਲੇ ਸ਼ਾਹ ਨੇ ਕਿਹਾ ਸੀ ਵੀ ਬੜੀ ਵਧੀਆ ਗੱਲ, ਜਿੱਥੇ ਵੱਸਦਾ ਹੈ, ਜਿੱਥੇ ਵੱਸਦਾ ਏ ਉੱਥੇ ਦੱਸਦਾ ਨਹੀਂ। ਉਹਨੇ ਪਰਮਾਤਮਾ ਨੂੰ ਕਿਹਾ, ਬੁੱਲੇ ਸ਼ਾਹ ਨੇ, ਜਿੱਥੇ ਵੱਸਦਾ ਏ ਉੱਥੇ ਦੱਸਦਾ ਨਹੀਂ। ਕਦੋਂ ਕਹਿੰਦਾ ਪਹਾੜਾਂ 'ਚ ਉੱਥੇ ਆ, ਪਾਣੀਆਂ 'ਚ, ਕਿਤਾਬਾਂ 'ਚ, ਕਹਿੰਦਾ ਜਿੱਥੇ ਤੂੰ ਐਗਜ਼ੈਕਟ ਹੈਗਾ ਉੱਥੇ ਨਹੀਂ, ਜਿੱਥੇ ਵੱਸਦਾ ਏ ਉੱਥੇ ਦੱਸਦਾ ਨਹੀਂ। ਕਿੱਡੀ 400 ਵਾਲੀ ਬਾਤ ਹੋਈ। 400 ਵੀ ਕਹਿੰਦੇ ਨੇ ਹੇਰਾ ਫੇਰੀ ਵਾਲੀ। ਪਰਮਾਤਮਾ ਨੂੰ ਕਹਿੰਦਾ ਤੂੰ ਤਾਂ ਹੇਰਾ ਫੇਰੀ ਕਰ ਰਿਹਾ, ਜਿੱਥੇ ਸਾਨੂੰ ਸਮਝਾ ਦੇ ਵੀ ਕਿੱਥੇ ਰਹਿਣਾ ਸੀ ਉੱਥੇ ਬਾਹਰ ਚੱਕਰਾਂ ਮਰਵਾਈ ਜਾਣਾ ਸਾਡੀਆਂ। ਜਿੱਥੇ ਵੱਸਦਾ ਏ ਉੱਥੇ ਦੱਸਦਾ ਨਹੀਂ, ਕਿੱਡੀ 400 ਵਾਲੀ ਬਾਤ ਹੋਈ। ਅਸੀਂ ਮਿਲਣ ਗਏ ਉਸ ਨੂੰ ਵਿੱਚ ਕਾਬੇ, ਅਸੀਂ ਮਿਲਣ ਗਏ ਉਸ ਨੂੰ ਵਿੱਚ ਕਾਬੇ, ਸਾਡੀ ਉੱਥੇ ਵੀ ਨਾ ਮੁਲਾਕਾਤ ਹੋਈ। ਖਾਣਾ ਕਾਬਾ ਮੰਦਰ ਮਸੀਤ ਖਾਲੀ, ਖਾਣਾ ਕਾਬਾ ਮੰਦਰ ਮਸੀਤ ਖਾਲੀ, ਮੁੱਲਾ ਪੰਡਤਾਂ ਦੀ ਛੁੱਟੀ ਬਾਤ ਹੋਈ। ਜਦੋਂ ਲੱਭਾ ਤਾਂ ਆਪਣੇ ਹੀ ਅੰਦਰੋਂ ਲੱਭਾ, ਮਿਹਰਬਾਨ ਮੁਰਸ਼ਦ ਜਦੋਂ ਬਾਤ ਪਾਈ। ਕਿ ਜਦੋਂ ਪਰਮਾਤਮਾ ਲੱਭੂ ਆਪਣੇ ਅੰਦਰੋਂ ਲੱਭੂ। ਟਾਈਮ ਆਪਣਾ ਖਤਮ ਹੈ। ਸੋ ਨੈਕਸਟ ਵੀ ਕਰਾਂਗੇ। ਸੌਰੀ ਫॉर दैट ਫਾਸਟ ਕਰਨ ਦੇ ਲਈ। ਸੋ ਜੋ ਕੁਛ ਆ ਉਹ ਚਾਹੁੰਦਾ, ਤੇ ਨੈਕਸਟ ਵੀਕ ਆਪਾਂ ਫਿਰ ਕਿਸੇ ਹੋਰ ਟੌਪਿਕ ਤੇ ਗੱਲ ਕਰਾਂਗੇ। ਥੈਂਕ ਯੂ ਵੈਰੀ ਮਚ।